खबरां सुनते हैं भी ਜਿਹੜੇ ਇੱਥੇ ਸਟੂਡੈਂਟ ਆਉਂਦੇ ਨੇ ਉਹ ਹੁੱਲੜਬਾਜ਼ੀ ਕਰਦੇ ਨੇ ਜੀ ਉਹ ਜਿਹੜਾ ਡਿਸਪਲਿਨ ਚ ਨਹੀਂ ਰਹਿੰਦੇ ਪਰ ਆ ਜਿਹੜਾ ਯੂਥ ਦੇਖ ਰਹੇ ਆ ਜਿਹੜਾ ਇਨਸਾਨੀਅਤ ਦੀ ਸੇਵਾ ਕਰ ਰਿਹਾ ਜੀ 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 ਇਹ ਇਹਨਾਂ ਨੂੰ ਕਿਵੇਂ ਅਸਰਾਂ ਹੋ ਰਿਹਾ ਸੋ ਸਾਡਾ ਆਹੀ ਮੇਨ ਮਕਸਦ ਆ ਜੋ ਅਸੀਂ ਕਿਸੇ ਨੂੰ ਦਈਏ ਤੇ ਦੁਬਾਰਾ ਉਹਨਾਂ ਨੂੰ ਵੀ ਫੀਲਡ ਹੋਣ ਕੇ ਆ ਕੇ ਅਸੀਂ ਵੀ ਕੁਝ ਸੇਵਾ ਕਰ ਸਕਣ। ਅਸੀਂ ਤਾਂ ਇਹ ਦੇਖਿਆ ਹੀ ਨਹੀਂ ਵੀ ਕੌਣ ਕਿੰਨੇ ਆ, ਅਸੀਂ ਇਹਦਾ ਤਾਂ ਹਿਸਾਬ ਰੱਖਣਾ ਕੁਛ ਨਹੀਂ, ਕੋਈ ਨਹੀਂ ਬਾਬਾ ਨਾਨਕ ਹੀ। ਹਾਂਜੀ ਅਸੀਂ ਤਾਂ ਇਹ ਚਾਹੁੰਦੇ ਆ ਵੀ ਜਿਹੜੀ ਇਹ ਗੁਰੂ ਨਾਨਕ ਫੂਡ ਬੈਂਕ ਆ ਇਹਨੂੰ ਸਟੂਡੈਂਟ ਇਹਦੇ ਰੈਸਿਪੀਐਂਟ ਰਹਿਣ ਤਾਂ ਸਟੂਡੈਂਟ ਇਹਨੂੰ ਆਉਣ ਵਾਲੇ ਟਾਈਮ 'ਚ ਚਲਾਉਣ। ਦੁਨੀਆ ਭਰ ਦੇ ਲੋਕ ਇਸ ਬੈਂਕ ਦੀ ਸਰਗਰਮੀ ਨੂੰ ਦੇਖ ਕੇ ਬੜੀ ਰਾਹਤ ਮਹਿਸੂਸ ਕਰਦੇ ਆ ਵੀ ਇਦਾਂ ਦਾ ਬੈਂਕ ਕੋਈ ਵੀ ਆ ਜਾਏ ਕਿਸੇ ਵੀ ਧਰਮ ਕਿਸੇ ਵੀ ਜਾਤ ਕਿਸੇ ਵੀ ਪਾਤ ਦਾ ਬੰਦਾ ਉਹ ਕਵੇ ਮੇਰੇ ਲਈ ਖਾਣ ਲਈ ਰੋਟੀ ਨਹੀਂ, ਤੁਸੀਂ ਚੱਕ ਕੇ ਉਹਨੂੰ ਪੈਕ ਦੇ ਦਿੰਦੇ ਜੇ ਰਾਸ਼ਨ ਦਾ। ਇਹ ਸਾਰੀ ਪ੍ਰਕਿਰਿਆ ਕਿਵੇਂ ਚੱਲ ਰਹੀ ਹੈ? ਫੂਡ ਬੈਂਕ ਦਾ ਰੂਲ ਹੀ ਇਹੀ ਹੈ ਵੀ ਤੁਸੀਂ ਉਹਨੂੰ ਬੇਸਿਕ ਹੈਲਪ ਮੁਹੱਈਆ ਕਰਾ ਦਿਓ, ਲਗਜ਼ਰੀ ਦੇਣ ਦੀ ਕੋਈ ਤੁਹਾਨੂੰ ਜ਼ਿਆਦਾ ਲੋੜ ਹੈ ਨਹੀਂ ਗੀ, ਤਾਂ ਕਿ ਸਾਰਿਆਂ ਨੂੰ ਕੋਈ ਭੁੱਖਾ ਨਾ ਸੋਵੇ, ਸਾਰਿਆਂ ਨੂੰ ਇੱਕ ਟਾਈਮ ਦਾ ਜਿਹੜਾ ਖਾਣਾ ਹੈ ਆਪਣੀ ਕਿਚਨ 'ਚ ਮਿਲਦਾ ਹੋਵੇ। ਤੇ ਫੂਡ ਬੈਂਕ ਨੂੰ ਜਿੰਨਾ ਕੁ ਮੈਂ ਆਪਣੇ ਅੰਦਰ ਅਡੋਪਟ ਕਰ ਲਿਆ ਆ, ਕੰਮ ਤੇ ਤਾਂ ਉਸ ਚੀਜ਼ ਦਾ ਅਸਰ ਹੁਣ ਹੈਗਾ ਆ, ਇਹ 'ਚ ਕੋਈ ਦੁਰਾਏ ਨਹੀਂ ਹੈਗਾ, ਪਰ ਯਕੀਨ ਮੰਨਿਓ ਮੈਂ ਇਹ ਗੱਲ ਨੂੰ ਆਪ ਚੈੱਕ ਕੀਤਾ ਆ। ਮੈਂ 2 ਘੰਟੇ ਜੇ ਮੈਂ ਫੂਡ ਬੈਂਕ ਨੂੰ ਦਿੰਦਾ ਮੈਨੂੰ 10 ਘੰਟੇ ਦਾ ਕੰਮ ਹੋਰ ਪਾਸੇ ਮਿਲ ਜਾਂਦਾ ਆ। ਉਹ ਕਨਸੈਪਟ ਹੈਗਾ ਜੀ ਮੋਬਾਈਲ ਫੂਡ ਬੈਂਕਿੰਗ ਦਾ। ਜੇ ਤੁਹਾਨੂੰ ਯਾਦ ਹੋਣਾ ਆਪਣੇ ਰਾਸ਼ਨ ਦੀਆਂ ਚੱਲਦੀ ਫਿਰਦੀ ਦੁਕਾਨ ਹੁੰਦੀ ਸੀ, ਠੀਕ ਹੈ ਜੀ। ਸੋ ਉਹਦੇ ਨਾਲ ਸਾਡਾ ਕੀ ਹੈਲਪ ਮਿਲ ਜੇਗੀ ਵੀ ਅਸੀਂ ਇੱਕ ਦਿਨ ਦੇ ਵਿੱਚ 2 ਸ਼ਹਿਰਾਂ ਦੇ ਵਿੱਚ ਜਿਹੜਾ ਫੂਡ ਬੈਂਕ ਲਿਜਾ ਸਕਦੇ ਹਾਂ ਤੇ 5 ਦਿਨਾਂ 'ਚ 10 ਸ਼ਹਿਰ ਅਸੀਂ ਕਵਰ ਕਰ ਸਕਦੇ ਹਾਂ। ਭੀੜ ਦੇ ਨਾਲ ਜਿਹੜੀ ਆ ਰਿਕਵਰੀ ਕੋਵਿਡ ਦੀ ਹੋ ਰਹੀ ਆ, ਹੁਣ ਇਕਨੋਮੀ ਦੀ ਹੋ ਰਹੀ ਆ, ਤੇ ਉਹ ਜਿਹੜੀ ਲੋੜ ਆ ਉਹ ਫੂਡ ਬੈਂਕਾਂ ਤੇ ਉਹਦਾ ਲੋੜ ਆ ਰਿਹਾ ਆ, ਜਿੱਥੇ ਅਸੀਂ ਉਹਦੇ ਲਈ ਤਿਆਰ ਹੋ ਰਹੇ ਆ। ਦੂਜੇ ਪਾਸੇ ਅਸੀਂ ਇਹ ਵੀ ਨਹੀਂ ਚਾਹੁੰਦੇ ਵੀ ਉਹ 15,000 ਨੰਬਰ ਸਾਡਾ 25,000 ਨੂੰ ਕੱਲ੍ਹ ਨੂੰ 30,000 ਨੂੰ ਟੱਚ ਹੋ ਜੇ। ਸਾਡਾ ਟੀਚਾ ਇਹ ਆ ਵੀ ਅਸੀਂ ਇਹਨੂੰ ਜ਼ੀਰੋ ਕਿੱਦਾਂ ਕਰੀਏ। ਅਸਲੀ ਪ੍ਰਾਪਤੀ ਉਦਣ ਹੋਏਗੀ ਜਿੱਦਣ ਅਸੀਂ ਇਹ ਪ੍ਰਾਊਡਲੀ ਕਵਾਂਗੇ ਵੀ ਸਾਡੇ ਸਾਰੇ ਸਾਥੀ ਸੁਖੀ ਆ, ਸਾਨੂੰ ਕਿਸੇ ਨੂੰ ਫੂਡ ਬੈਂਕ ਦੀ ਲੋੜ ਨਹੀਂ ਆ। ਕੈਨੇਡਾ ਉਡਾਰੀ ਪ੍ਰੋਗਰਾਮ ਤਹਿਤ ਇੱਕ ਬੜਾ ਖੂਬਸੂਰਤ ਪ੍ਰੋਗਰਾਮ ਤੁਹਾਨੂੰ ਦਿਖਾਇਆ ਸੀ, ਗੁਰੂ ਨਾਨਕ ਫੂਡ ਬੈਂਕ ਜਿਹੜਾ ਸਰੀ ਵਿੱਚ ਚੱਲਦਾ ਹੈ। ਔਰ ਉਸ ਬੈਂਕ ਦੀ ਖੂਬਸੂਰਤੀ ਇਹ ਹੈ ਵੀ ਦੁਨੀਆ ਭਰ ਵਿੱਚ ਕੋਈ ਵੀ ਵਿਅਕਤੀ ਕੈਨੇਡਾ ਲੈਂਡ ਕਰਦਾ ਤੇ ਜੇ ਉਹਨੂੰ ਬਿਸਤਰੇ ਦੀ ਲੋੜ ਹੈ, ਜੇ ਉਹਨੂੰ ਰੋਟੀ ਦੀ ਲੋੜ ਹੈ, ਜੇ ਉਹਨੂੰ ਰਾਸ਼ਨ ਦੀ ਲੋੜ ਹੈ, ਤੇ ਇਹ ਬੈਂਕ ਜਿਹੜਾ ਆ ਉਹਦੇ ਦਰਵਾਜ਼ੇ 24 ਘੰਟੇ ਖੁੱਲ੍ਹੇ ਨੇ। ਕੋਈ ਵੀ ਆ ਕੇ ਇੱਥੋਂ ਰਾਸ਼ਨ ਲੈ ਸਕਦਾ, ਕੋਈ ਵੀ ਆ ਕੇ ਇੱਥੋਂ ਕਿਸੇ ਤਰ੍ਹਾਂ ਦੀ ਮਦਦ ਲੈ ਸਕਦਾ। ਸ਼ਾਇਦ ਦੁਨੀਆ ਦਾ ਇਹ ਇੱਕ ਇਕਲੌਤਾ ਬੈਂਕ ਹੈ ਜਿੱਥੇ 13 ਬਾਬੇ ਨਾਨਕ ਦਾ ਤੁਲਦਾ ਹੋਵੇ। ਇਸ ਸੰਬੰਧ ਵਿੱਚ ਤੁਸੀਂ ਅੱਜ ਜੂਸ ਦੇਖਦੇ ਨੇ, ਇਹ ਨੌਜਵਾਨ ਜਿਹੜੇ ਨੇ ਇਹ ਖੁਦ ਆ ਕੇ ਇੱਥੇ ਸੇਵਾ ਕਰਦੇ ਨੇ ਔਰ ਇਹਨਾਂ ਨੂੰ ਪੁੱਛਦੇ ਆ ਵੀ ਇਹ ਸੇਵਾ ਦੀ ਲਗਨ ਕਿਵੇਂ ਲੈ। ਤੁਹਾਡਾ ਸ਼ੁਭ ਨਾਮ? ਇੰਦਰਜੀਤ। ਇੰਦਰਜੀਤ ਜੀ, ਜਦੋਂ ਮੈਂ 2-4 ਵਾਰੀ ਇੱਥੇ ਵਿਜ਼ਿਟ ਕੀਤਾ ਜੀ, ਤੁਸੀਂ ਆਏ ਹੁੰਦੇ ਜੇ, ਤੁਹਾਡੇ ਹੱਥ ਜਿਹੜੇ ਨੇ ਕਦੀ ਕੰਪਿਊਟਰ ਤੇ, ਕਦੀ ਰਾਸ਼ਨ ਤੇ, ਕਦੀ ਜਿਹੜੇ ਰਾਸ਼ਨ ਜਾਂ ਹੋਰ ਹੈਲਪ ਲੈਣ ਆਉਂਦੇ ਨੇ ਉਹਨਾਂ ਨੇ ਗੱਲਾਂ ਬਾਤਾਂ ਕਰਦਿਆਂ ਵਿਚਰਦੇ ਨੇ। ਇਹ ਸਾਰਾ ਪ੍ਰਵਾਹ ਕਿਵੇਂ ਚੱਲ ਰਿਹਾ? ਹਾਂਜੀ, ਸਾਰਿਆਂ ਨੂੰ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਗੁਰੂ ਮਹਾਰਾਜ ਨੇ ਜਿਹੜੀ ਸੇਵਾ ਬਖਸ਼ੀ ਹੈ ਸਾਰਿਆਂ ਨੂੰ, ਤੇ ਸਾਡਾ ਜਿਹੜਾ ਮਕਸਦ ਹੈ ਇਸ ਟਾਈਮ ਤੇ ਸਾਰਿਆਂ ਨੂੰ ਇਕੱਠੇ ਲਿਆਉਣਾ, ਖਾਸ ਕਰਕੇ ਜਿਹੜੇ ਯੰਗ ਜਨਰੇਸ਼ਨ ਨੂੰ ਇਸ ਪਾਸੇ ਨੂੰ ਸੇਵਾ ਇੱਕ ਕਿਸਮ ਦੀ ਲਾਉਣੀ, ਇਹ ਬਹੁਤ ਵੱਡੀ ਸੇਵਾ ਹੈ। ਸੋ ਅਸੀਂ ਆਹੀ ਸੋਚਦੇ ਹਾਂ ਕਿ ਜਿਹੜਾ ਵੀ ਹੋ ਸਕਦਾ ਨਿੱਕਾ ਤੋਂ ਨਿੱਕਾ ਕੰਮ ਵੀ, ਜਿਵੇਂ ਵੀ ਫੂਡ ਬੈਂਕ ਰਾਹੀਂ ਸਾਰੇ ਇਕੱਠੇ ਹੋ ਕੇ ਕੰਮ ਕਰਨ
ਤੇ ਇਹ ਸਭ ਤੋਂ ਵੱਡੀ ਮਕਸਦ ਹੋਗੀ ਕਿ ਜਿਹੜੇ ਇਸ ਸੇਵਾ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤੀ ਸੀਗੀ, ਅਸੀਂ ਇਸ ਪਾਸੇ ਨੂੰ ਜ਼ਰੂਰ ਰਲ ਮਿਲ ਕੇ ਕਰੀਏ। ਤੁਹਾਡੇ ਨਾਲ ਬੜਾ ਵਧੀਆ ਤੱਥ ਜੁੜਿਆ। ਜੀ, ਜੀ। ਤੁਹਾਨੂੰ ਭਾਸ਼ਾਵਾਂ ਕਿੰਨੀਆਂ ਹੁੰਦੀਆਂ? ਹਾਂਜੀ, ਇਹ ਤਾਂ ਬੇਸਿਕਲੀ ਜਿਹੜੇ ਆਪਣੇ ਹੁਣ ਗਾਂ ਜਿਹੜੇ ਆਪਣੇ 올ਡ ਜਨਰੇਸ਼ਨ ਨੇ ਜਿਹੜੇ ਸਾਨੂੰ ਸਪੋਰਟ ਕਰਦੇ ਨੇ, ਗਾਂ ਅੱਗੇ ਜਿਹੜੀ ਗਾਂ ਜ਼ਿੰਦਗੀ ਜਿਹੜੀ ਮੁੜ ਕੇ ਅਸੀਂ ਨਿਭਾਉਣੀ ਆ, ਇਹ ਜਿਹੜਾ ਸਪੋਰਟ ਹੈ ਬਹੁਤ ਇੰਪੋਰਟੈਂਟ ਹੈ, ਖਾਸ ਕਰਕੇ ਜਿਹੜੇ ਆਪਣੇ ਯੰਗ ਜਨਰੇਸ਼ਨ ਲਈ। ਇਹ ਸੇਵਾ ਤੋਂ ਬਗੈਰ ਤੋਂ ਕਾਮਯਾਬ ਨਹੀਂ ਹੋ ਸਕਦਾ। ਬਹੁਤ ਵੱਡੀ ਗੱਲ ਹੈ। ਜੀ। ਆਮ ਅਸੀਂ ਪੰਜਾਬ 'ਚ ਖਬਰਾਂ ਸੁਣਦੇ ਆ ਵੀ ਜਿਹੜੇ ਇੱਥੇ ਸਟੂਡੈਂਟ ਆਉਂਦੇ ਹਾਂਜੀ। ਨੇ ਉਹ ਹੁੱਲੜਬਾਜ਼ੀ ਕਰਦੇ ਨੇ ਜੀ। ਵੀ ਉਹ ਜਿਹੜਾ ਡਿਸਪਲਿਨ 'ਚ ਨਹੀਂ ਰਹਿੰਦੇ। ਜੀ। ਪਰ ਆ ਜਿਹੜਾ ਯੂਥ ਦੇਖ ਰਿਹਾ ਜਿਹੜਾ ਹਾਂਜੀ। ਇਨਸਾਨੀਅਤ ਦੀ ਸੇਵਾ ਕਰ ਰਿਹਾ, ਜੀ, ਜੀ, ਜੀ। ਇਹ ਇਹਨਾਂ ਨੂੰ ਕਿਵੇਂ ਅਸਰਾਂ ਹੋ ਰਿਹਾ? ਹਾਂਜੀ, ਮੇਨ ਥਿੰਗ ਤਾਂ ਜਿਹੜੇ ਹੁਣ ਇਹਨਾਂ ਨੂੰ ਹੁਣ ਅਸੀਂ ਲਿਆ ਰਹੇ ਹਾਂ ਸਟੂਡੈਂਟਸ ਨੂੰ ਕਿ ਇੱਕ ਦੂਸਰੇ ਦਾ ਅਸੀਂ ਫਰਕ ਨਹੀਂ ਸਮਝਦੇ, ਤੇ ਜਿਹੜੀ ਬੇਸਿਕਲੀ ਲਿਟਰਲੀ ਅਸੀਂ ਇੱਕ ਦੂਸਰੇ ਨੂੰ ਜਾਣਦੇ ਵੀ ਨਹੀਂਗੇ, ਬਟ ਮਹਾਰਾਜ ਨੇ ਇਹੋ ਜਿਹਾ ਪ੍ਰਿੰਸੀਪਲ ਬਣਾਇਆ ਦੂਸਰਿਆਂ ਨੂੰ ਇੱਕ ਦੂਸਰਿਆਂ ਨਾਲ ਕਿ ਇਕੱਠੇ ਹੋ ਕੇ ਸੇਵਾ ਕਰਨ, ਤੇ ਉਹਦੇ ਨਾਲ ਹੀ ਇੱਕ ਸਟੈਪਿੰਗ ਸਟੋਨ ਆ ਗਾ ਅੱਗੇ ਜਿਹੜੇ ਬੱਚੇ ਆ ਅੱਗੇ ਤੁਰਨ। ਬੜੀ ਖੂਬਸੂਰਤੀ ਹੈ ਇਸ ਬੈਂਕ ਦੀ। ਜੀ, ਜੀ। ਵੀ ਜੇ ਤੁਸੀਂ ਕਿਸੇ ਨੂੰ ਲੋੜਵੰਦ ਨੂੰ ਬੈੱਡ ਦਿੰਦੇ ਜੇ, ਬਿਸਤਰਾ ਹਾਂਜੀ। ਦਿੰਦੇ ਜੇ, ਜਾਂ ਰਾਸ਼ਨ ਦਾ ਪੈਕ ਦਿੰਦੇ ਜੇ, ਹਾਂਜੀ। ਤੇ ਉਹਦੀ ਆਇਡੈਂਟੀ ਇਹ ਆਮ ਤੇ ਇਹ ਹੁੰਦਾ ਵੀ NGO ਕਈ ਹੁੰਦੀਆਂ ਨੇ, ਜੀ, ਜੀ। ਉਹ 4 ਬੱਚਿਆਂ ਦਾ ਵਿਆਹ ਕਰਦੀਆਂ ਨੇ, 4 ਬੱਚਿਆਂ ਨੂੰ ਰੋਟੀ ਦਿੰਦੀਆਂ ਨੇ, ਹਾਂਜੀ। ਫੋਟੋਆਂ ਖਿਚਾਉਂਦੀਆਂ ਨੇ ਉਹਨਾਂ ਨਾਲ ਵੀ ਅਸੀਂ ਬੜੀ ਸੇਵਾ ਕੀਤੀ। ਜੀ। ਪਰ ਇਸ ਬੈਂਕ ਦਾ ਇਹ ਆ ਵੀ ਆਇਡੈਂਟੀ ਜਿਹੜੀ ਹੈ, ਜੀ। ਜੇ ਕਿਸੇ ਨੇ ਸੇਵਾ ਲਈ ਹੈ ਜੀ। ਤੇ ਉਹ ਗੁਪਤ ਰੱਖਣੀ ਹੈ। ਹਾਂਜੀ, ਅਸੀਂ ਜ਼ਰੂਰ ਦੇਖੀਦਾ ਜਿਹੜੇ ਵੀ ਆਉਂਦੇ ਆ ਹੈਲਪ ਲਈ, ਇਹਨਾਂ ਦਾ ਜ਼ਰੂਰੀ ਇੱਕ ਫੀਲ ਹੁੰਦਾ ਕਿ ਅਸੀਂ ਜ਼ਰੂਰੀ ਦੁਬਾਰਾ ਆ ਕੇ ਕਮਿਊਨਿਟੀ ਨੂੰ ਦੇਣ। ਸੋ ਸਾਡਾ ਆਹੀ ਮੇਨ ਮਕਸਦ ਆ, ਜੋ ਅਸੀਂ ਕਿਸੇ ਨੂੰ ਦਈਏ ਤੇ ਦੁਬਾਰਾ ਉਹਨਾਂ ਨੂੰ ਵੀ ਫੀਲਡ ਹੋਣ ਕੇ ਆ ਕੇ ਅਸੀਂ ਵੀ ਕੁਝ ਸੇਵਾ ਕਰ ਸਕਣ। ਸੋ ਸਾਡਾ ਮਕਸਦ ਮੇਨ ਇਹ ਹੈ, ਤੁਸੀਂ ਜਦੋਂ ਜਿੰਨਾ ਕੁ ਵੀ ਹੋ ਸਕਦਾ ਅਸੀਂ ਦੇਈਏ, ਗਾਂ ਮੁੜ ਕੇ ਕਮਿਊਨਿਟੀ 'ਚ ਆ ਕੇ ਸਾਰੇ ਅਸੀਂ ਖਾਸ ਕਰਕੇ ਨੌਜਵਾਨ ਆ ਕੇ ਸੇਵਾ ਕਰਨ। ਰਾਸ਼ਨ ਪੈਕ ਦਿੰਦੇ ਹਾਂਜੀ। ਉਹਦੇ ਵਿੱਚ ਮੁੱਖ ਤੌਰ ਤੇ ਕਿਹੜਾ ਰਾਸ਼ਨ ਹੁੰਦਾ, ਕਿਹੜੀ ਆਈਟਮ? ਹਾਂਜੀ, ਬੇਸਿਕਲੀ ਜਿਹੜਾ ਸੁੱਕਾ ਰਾਸ਼ਨ ਹੈ ਦੇਈਦਾ, ਜਿਵੇਂ ਕੋ ਖਾਸ ਕਰਕੇ ਜਾਂ ਕੁਕਿੰਗ 'ਚ ਵਰਤੀਦਾ, ਤੇ ਨਾਲੇ ਜਿਨ੍ਹਾਂ ਨੂੰ ਮੰਨ ਲਾ ਜਿਹੜੇ ਸਟੂਡੈਂਟਸ ਨੇ, ਜਿਹੜੇ ਨਿਊ ਇਮੀਗ੍ਰੈਂਟਸ ਨੇ, ਜਿਨ੍ਹਾਂ ਨੂੰ ਮਤਲਬ ਖਾਸ ਕਰਕੇ ਕਿ ਕੁਕਿੰਗ ਨਹੀਂ ਆ ਰਹੀ, ਤੇ ਫਿਰ ਉਹ ਕੈਨ ਫੂਡ ਜਾਂ ਕੋਈ ਇਨਸਟੈਂਟ ਪ੍ਰੋਡਕਟ ਲੈ ਸਕਦੇ ਨੇ ਸਾਡੇ ਲਈ। ਓਕੇ। ਹੁਣ ਤੱਕ ਕਿੰਨੇ ਕੁ ਸਟੂਡੈਂਟ ਹੈਲਪ ਲੈ ਚੁੱਕੇ ਹੋ? ਹਾਂਜੀ, ਇਸ ਟਾਈਮ ਤੇ ਹੁਣ ਤਕਰੀਬਨ 20,000 ਤਕਰੀਬਨ ਹੁਣ ਹੋ ਚੁੱਕਾ ਨੇ। ਉਹ ਸਟੂਡੈਂਟ ਵੀ ਹੋਣਗੇ, ਹੋਰ ਨਿਊ ਇਮੀਗ੍ਰੈਂਟਸ ਫੈਮਿਲੀ ਵੀ ਸਾਰੇ। ਹਾਂਜੀ। ਇੱਕ ਇਹ ਵੀ ਪਤਾ ਲੱਗਾ, ਨੀਰ ਜਵਾਲੀਆ ਜੀ ਉਹਨਾਂ ਨਾਲ ਗੱਲ ਹੋਈ ਸੀ, ਜੇ ਮੈਨੂੰ ਹਾਸ ਹੋਣਾ ਜੀ। ਵੀ ਜਿਹੜੇ ਸਟੂਡੈਂਟਾਂ ਦੀ ਹੈਲਪ ਕਰਦੇ ਆ, ਰਾਸ਼ਨ ਦਿੰਦੇ ਜੀ। ਆ, ਜਦੋਂ ਆਪਣੇ ਪੈਰਾਂ ਤੇ ਖੜ ਜਾਂਦੇ ਜੀ। ਨੇ, ਫਾਈਨੈਂਸ਼ੀਅਲੀ ਉਹ ਸਟਰੋਂਗ ਹੋ ਜਾਂਦੇ ਆ, ਤੇ ਫਿਰ ਉਹ ਪੇ ਵੀ ਕਰਦੇ ਆ, ਮਤਲਬ ਫਿਰ ਆਪ Exactly. ਓਨਰ ਬਣ ਜਾਂਦੇ ਆ। ਹਾਂਜੀ, ਉਹੀ ਤਾਂ ਅਸੀਂ ਦੇਖਦੇ ਹਾਂ ਜਿਹੜੇ ਵੀ ਆ ਰਹੇ ਹੈ ਸਟੂਡੈਂਟ, ਜਿਹੜੇ ਉਹਨਾਂ ਦਾ ਕਿ ਜ਼ਰੂਰੀ ਇੱਕ ਏਮ ਹੈ ਕਿ ਫੀਲ ਤਾਂ ਜ਼ਰੂਰ ਹੁੰਦਾ ਕਿ ਕਰਕੇ ਜਿਹੜੀ ਸਟਰਗਲ ਗੋ ਥਰੂ ਕਰਨ ਦੇ ਆ, ਇਹ ਇੱਕ ਕਿਸਮ ਦੀ ਤਾਂ ਉਹਨਾਂ ਨੂੰ ਹੈਗੀ ਆ ਕਿ ਅਸੀਂ ਗਾਂ ਵੀ ਕੁਝ ਕਰੀਏ, ਤੇ ਅਸੀਂ ਦੇਖ ਰਹੇ ਹਾਂ ਕਈ ਵੀ ਮੁੜ ਕੇ ਜਿਹੜੇ ਯੰਗ ਜਨਰੇਸ਼ਨ ਨੇ, ਜਿਹੜੇ ਮੁੜ ਕੇ ਵੀ ਕੰਮ ਕਰਨ ਕੀ ਲਾਗੇ, ਹਾਂਜੀ ਦੁਬਾਰਾ ਆ ਰਹੇ ਆ। ਹਾਂਜੀ, ਆ ਰਹੇ ਆ ਹੁਣ। ਦੋ ਡਾਇਰੈਕਟਰ ਸਾਡੇ ਨਾਲ ਮੌਜੂਦ ਨੇ, ਇੰਦਰਜੀਤ ਢਿੱਲੋਂ ਜੀ ਤੇ ਕੇ ਮਿਨਹਾਸ। ਅੱਜ ਤੀਸਰਾ ਸਾਲ ਸ਼ੁਰੂ ਹੋ ਗਿਆ ਕਿ ਜਿਹੜਾ 13 ਦਾ ਬੈਂਕ, ਅੱਜ ਦਾ ਕੀ? ਅੱਜ ਜੀ ਜਿਵੇਂ ਹਰੇਕ ਸਾਲ ਅਸੀਂ ਪਹਿਲੀ ਜੁਲਾਈ ਨੂੰ ਮਨਾਉਂਦੇ ਹੁੰਦੇ ਸੀ, ਇਹ ਜਿਹੜੀ ਗੁਰੂ ਨਾਨਕ ਫੂਡ ਬੈਂਕ ਨਹੀਂ ਹੋਣ ਅੱਜ 3 ਸਾਲ ਪਹਿਲਾਂ ਜੁਲਾਈ ਪਹਿਲੀ ਨੂੰ ਸ਼ੁਰੂ ਹੋਈ ਸੀ ਕੈਨੇਡਾ ਦੇ ਵਿੱਚ। ਪਰ ਸਾਨੂੰ ਮਹਿਸੂਸ ਹੋਇਆ ਪਿਛਲੇ 2 ਜਿਹੜੇ ਫੰਕਸ਼ਨ ਸੀਗੇ ਵੀ ਇਹ ਡੇ ਹੁੰਦਾ, ਲੌਂਗ ਵੀਕਐਂਡ ਹੁੰਦਾ, ਲੋਕਾਂ ਦੇ ਬਹੁਤ ਰੁਝੇਵੇਂ ਹੁੰਦੇ, ਤੇ ਕਿਉਂਕਿ ਹਾਂਜੀ ਕੈਨੇਡਾ ਦੇ ਰੱਖੇ ਹੁੰਦੇ ਆ ਜੀ, ਲੋਕਾਂ ਕੋਲੇ ਟਾਈਮ ਘੱਟ ਹੁੰਦਾ, ਪਰ ਲੋਕ ਡੋਨੇਸ਼ਨ ਕਰਨਾ ਚਾਹੁੰਦੇ ਆ। ਲੋਕਾਂ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਕੋਈ ਹੋਰ ਦਿਨ ਰੱਖੋ ਤਾਂ ਕਿ ਅਸੀਂ ਸਾਰੇ ਇਸ ਕਰਕੇ ਫਿਰ ਸਾਰੇ ਡਾਇਰੈਕਟਰਸ ਨੇ ਸਲਾਹ ਕੀਤੀ ਲੋਕਾਂ ਦੇ ਨਾਲ ਗੱਲ ਕਰਕੇ, ਜਿਵੇਂ ਤੋਂ ਇਸ ਕਰਕੇ ਅੱਜ ਜੁਲਾਈ 9 ਨੂੰ ਅਸੀਂ ਇੱਥੇ ਫੂਡ ਬੈਂਕ ਤੇ, ਜਿਵੇਂ ਪਿਛਲੇ ਸਾਲ ਅਸੀਂ ਕੈਨੇਡਾ ਦਾ ਰੈਕਡ ਬੀਟ ਕੀਤਾ ਸੀ, ਤੁਹਾਨੂੰ ਪਤਾ ਹੀ ਹੈ। ਸੋ 140 ਪਾਉਂਡ ਤੋਂ ਉੱਪਰ ਰਿਕਾਰਡ ਤੋੜਿਆ, 140 ਟਨ ਜੀ, 140 ਟਨ ਰਿਕਾਰਡ ਤੋੜਿਆ ਸੀ।
ਇੱਕ ਦਿਨ ਦੇ ਵਿੱਚ। ਅਸੀਂ ਐਤਕੀ ਸਲਾਹ ਤਾਂ ਬਣਾਈ ਸੀ ਵੀ ਵਰਲਡ ਰੈਕੋਰਡ ਜਿਹੜਾ 300 ਟਨ ਉਹ ਬ੍ਰੇਕ ਕਰ ਦਈਏ। ਹਾਂਜੀ, ਪਰ ਉਹਦੇ ਵਾਸਤੇ ਸਾਡੇ ਕੋਲ ਟਾਈਮ ਘੱਟ ਸੀਗਾ, ਕਿਉਂਕਿ ਜੇ ਤੁਸੀਂ ਗਿਨੀਜ਼ ਵਰਲਡ ਆਫ ਰੈਕੋਰਡ ਨਾਲ ਕਰਦੇ ਆ ਤਾਂ ਤੁਹਾਨੂੰ ਕਾਫੀ ਚਿਰ ਪਹਿਲਾਂ ਉਹਨਾਂ ਨਾਲ ਸ਼ੁਰੂ ਕਰਨਾ ਪੈਂਦਾ। ਸੋ ਸਾਨੂੰ ਦਿਖਾਉਣ ਦੀ ਤਾਂ ਵੈਸੇ ਲੋੜ ਨਹੀਂ, ਪਰ ਬਾਬੇ ਨਾਨਕ ਦਾ ਦੇਣਾ ਜੀ ਟੁੱਟਦਾ ਜਾਣਾ ਹੀ ਆ, ਸਾਨੂੰ ਦਿਖਾਵੇ ਵਾਲਾ ਤਾਂ ਕੰਮ ਹੀ ਕੰਮ ਮਨਹਾਸ ਸਾਹਿਬ, ਮੁੱਖ ਤੌਰ ਤੇ ਜਦੋਂ ਤੁਸੀਂ ਵਰ੍ਹੇਗੰਢ ਬਣਾਉਂਦੇ ਜੇ, ਪਿਛਲੇ ਸਾਲ ਕੁਦਰਤੀ ਮੈਂ ਇੱਥੇ ਸੀ, ਜਿਵੇਂ ਢਿੱਲੋਂ ਸਾਹਿਬ ਨੇ ਦੱਸਿਆ 140 ਟਨ ਇਕੱਠਾ ਕੀਤਾ ਸੀ, ਇਸ ਵਾਰ ਦਾ ਕੀ ਟਾਰਗੇਟ? ਇਸ ਵਾਰ ਸਾਡਾ ਵੈਸੇ ਟੀਚਾ ਤਾਂ ਕੋਈ ਨਹੀਂ, ਪਰ ਮੈਕਸਿਮਮ ਇਕੱਠਾ ਕਰਨ ਦਾ ਟੀਚਾ ਆਇਆ, ਕਿਉਂਕਿ ਜਦੋਂ ਤੁਸੀਂ ਪਿਛਲੀ ਵਾਰੀ ਆਏ ਸੀ ਉਹ ਤੋਂ ਲੈ ਕੇ ਹੁਣ ਤੱਕ ਕੈਨੇਡਾ ਦੀ ਫਾਈਨੈਂਸ਼ੀਅਲ ਸਿਚੁਏਸ਼ਨ ਬਹੁਤ ਜ਼ਿਆਦਾ ਚੇਂਜ ਹੋ ਗਈ ਹੈ। ਇਨਫਲੇਸ਼ਨ ਬਹੁਤ ਜ਼ਿਆਦਾ ਵੱਧ ਗਿਆ, ਇੰਟਰਸਟ ਰੇਟ ਬਹੁਤ ਹਾਈ ਹੋ ਗਿਆ, ਤੇ ਜਿਹੜੇ ਰੈਸਿਪੀਐਂਟ ਆ ਉਹ ਵਧਣ ਲੱਗ ਪਏ। ਰੈਸਿਪੀਐਂਟ ਜਦੋਂ ਤੁਸੀਂ ਪਿਛਲੇ ਸਾਲ ਆਏ ਸੀ ਉਦੋਂ ਤਕਰੀਬਨ ਸਾਡੇ ਕੋਲ 8500 ਤੋਂ 9000 ਦੇ ਕਰੀਬ ਸੀ। ਇਸ ਵੇਲੇ ਅਸੀਂ 15000 ਤੇ ਪਹੁੰਚੇ ਹਾਂ, ਸੋ ਆਲਮੋਸਟ ਡਬਲ। ਜੋ ਸਾਡੇ ਪਹਿਲੇ 2 ਸਾਲ 'ਚ ਜਿੰਨੇ ਰੈਸਿਪੀਐਂਟ ਸੀ ਉਹਨੇ ਪਿਛਲੇ 2022 ਦੇ ਜੁਲਾਈ 1 ਤੋਂ ਲੈ ਕੇ ਜੁਲਾਈ 1 2023 ਤੱਕ ਡਬਲ ਹੋ ਗਏ। ਇਹ ਵਧਣ ਦਾ ਕਾਰਨ ਇਹ ਹੈ, ਇੱਕ ਤਾਂ ਸਟੂਡੈਂਟ ਬਹੁਤ ਜ਼ਿਆਦਾ ਆਉਣ ਲੱਗ ਪਏ, ਕਿਉਂਕਿ ਜਦੋਂ ਅਸੀਂ ਸ਼ੁਰੂ ਕੀਤਾ ਉਦੋਂ ਪੈਂਡੈਮਿਕ ਸੀ, ਵੀਜ਼ੇ ਨਹੀਂ ਮਿਲਦੇ ਸੀਗੇ। ਇਸ ਸਾਲ 'ਚ ਫਰੈਸ਼ ਜਿਹੜਾ ਲਾਸਟ ਈਅਰ ਆ ਉਹਦੇ 'ਚ ਫਰੈਸ਼ ਸਟੂਡੈਂਟ ਬਹੁਤ ਆਏ ਆ, ਤਾਂ ਪਲੱਸ ਜਿਹੜੇ ਸਾਡੇ ਲੋਕਲ ਰੈਸਿਪੀਐਂਟ ਆ ਜਿਨ੍ਹਾਂ ਨੂੰ ਇਨਫਲੇਸ਼ਨ ਦੀ ਮਾਰ ਪਈ ਆ, ਹਾਈ ਇੰਟਰਸਟ ਰੇਟ ਦੀ ਮਾਰ ਪਈ ਆ, ਉਹ ਵੀ ਸਾਡੇ ਕੋਲ ਬਹੁਤ ਜ਼ਿਆਦਾ ਆਉਣ ਲੱਗ ਪਏ। ਔਰ ਸਾਡੇ ਕੋਲ ਸਿੰਗਲ ਮਦਰਸ ਔਰ ਜਿਹੜੇ ਸਪੈਸ਼ਲੀ ਜਿਨ੍ਹਾਂ ਦੇ ਨਾਲ ਬੱਚੇ ਆ ਸਿੰਗਲ ਮਦਰਸ ਦੇ, ਉਹ ਰੈਸਿਪੀਐਂਟ ਸਾਡੇ ਬਹੁਤ ਜ਼ਿਆਦਾ ਵੱਧ ਗਏ। ਮੁੱਖ ਤੌਰ ਤੇ ਜੇ ਦੇਖੀਏ, ਜਿਵੇਂ ਦੱਸਿਆ 15000 ਦੇ ਕਰੀਬ ਰੈਗੂਲਰ ਹੈਲਪ ਕਰਦੇ, ਉਹਨਾਂ ਵਿੱਚੋਂ ਤੁਸੀਂ ਕੋਈ ਇੱਦਾਂ ਦਾ ਨਸ਼ੇੜਾ ਕੀਤਾ ਵੀ ਪੰਜਾਬ ਦੇ ਕਿੰਨੇ ਨੇ, ਜਾਂ ਟੋਟਲ ਇੰਡੀਆ ਦੇ ਕਿੰਨੇ ਨੇ, ਜਾਂ ਹੋਰ ਕੰਟਰੀ ਦੇ ਕਿੰਨੇ ਨੇ? ਅਸੀਂ ਜੀ ਪਹਿਲੇ ਦਿਨ ਤੋਂ ਮਾਨਸਿਕ ਜਾਤ ਸਭੇ ਕੇ ਪਹਿਚਾਨ ਬੋਲੇ ਮਾਟੋ ਨਾਲ ਚੱਲੇ ਆ। ਅਸੀਂ ਤਾਂ ਇਹ ਦੇਖਿਆ ਹੀ ਨਹੀਂ ਜੀ ਵੀ ਕੌਣ ਕਿੰਨੇ ਆ, ਅਸੀਂ ਇਹਦਾ ਤਾਂ ਹਿਸਾਬ ਰੱਖਣਾ ਕੁਛ ਨਹੀਂ, ਕੋਈ ਨਹੀਂ। ਬਾਬਾ ਨਾਨਕ ਹੀ ਹਾਂਜੀ, ਸੋ ਇਟਸ ਵਨ ਰੇਸ। ਅਸੀਂ ਸਿਧਾਂਤ ਨਾਲ ਚੱਲੇ ਆ, ਅਸੀਂ ਇਹ ਰੈਕੋਰਡ ਕਦੇ ਵੀ ਨਾ ਰੱਖਾਂਗੇ। ਪਰ ਇੱਕ ਬੜੀ ਅਚੰਭੇ ਵਾਲੀ ਗੱਲ, ਕਿਉਂਕਿ ਮੈਂ ਪਿਛਲੇ ਦਿਨ ਇੱਕ ਪ੍ਰੋਗਰਾਮ ਕੀਤਾ ਹੈ, ਦੁਨੀਆ ਭਰ ਦੇ ਲੋਕਾਂ ਨੇ ਦੇਖਿਆ, ਲੋਕਾਂ ਨੇ ਬਹੁਤ ਐਪਰੀਸ਼ੀਏਟ ਕੀਤਾ, ਪਰ ਨਾਲ ਇਹ ਵੀ ਸਮਝ ਨਹੀਂ ਆ ਰਹੀ ਵੀ ਜਿਵੇਂ 15000 ਲੋਕਾਂ ਨੂੰ ਤੁਸੀਂ ਪਰ ਮੰਥ ਉਹਨਾਂ ਨੂੰ ਰੋਟੀ ਖਾਣ ਦਾ ਪ੍ਰਬੰਧ ਕਰ ਰਹੇ ਨੇ। ਇਹੀ ਤਾਂ ਸਾਨੂੰ ਨਹੀਂ ਜੀ ਸਮਝ ਲੱਗਦੀ। ਬਾਬੇ ਨਾਨਕ ਦਾ ਇੱਕ ਪਾਸੇ ਆਈ ਜਾਂਦਾ, ਇੱਕ ਪਾਸੇ ਜਾਈ ਜਾਂਦਾ, ਦੇਣ ਵਾਲੇ ਬਥੇਰੇ ਆ ਜੀ, ਲੈਣ ਵਾਲੇ। ਇੱਕ ਮੇਰਾ ਹਾਸਾ ਇਹ ਵੀ ਪਤਾ ਲੱਗਾ ਵੀ ਤੁਸੀਂ ਜਿਹੜੇ ਸਟੂਡੈਂਟ ਨੂੰ ਹੈਲਪ ਕੀਤੀ ਹੈ, ਉਹ ਸਟੂਡੈਂਟ ਜਦੋਂ ਉਹ ਆਪ ਫਾਈਨੈਂਸ਼ੀਅਲੀ ਆਪਣੇ ਪੈਰਾਂ 'ਤੇ ਖੜ੍ਹਦੇ ਨੇ, ਇਹ ਥੋੜ੍ਹਾ ਇਹ ਸੰਕੇਤ ਮਿਲਿਆ ਵੀ ਫਿਰ ਉਹ ਵੀ ਬੈਂਕ 'ਚ ਆ ਕੇ ਤੇ ਡੋਨੇਟ ਕਰਦੇ ਨੇ। ਬਿਲਕੁਲ ਜੀ, ਇੱਕ ਸਾਈਕਲ ਬਣ ਗਿਆ ਬਈ ਪਹਿਲਾਂ ਉਹ ਹੈਲਪ ਲੈਂਦੇ ਆ, ਮੁੜ ਕੇ ਫਿਰ ਹੈਲਪ ਦਿੰਦੇ ਆ। ਜੋ ਮੇਰੇ ਮਨ ਦੀ ਧਾਰਨਾ ਹੈ ਉਹ ਇਹ ਆ ਵੀ ਸਾਡੇ ਸਾਰੇ ਬੋਰਡ ਆਫ ਡਾਇਰੈਕਟਰਸ ਦੀ ਵੀ ਅਸੀਂ ਤਾਂ ਇਹ ਚਾਹੁੰਦੇ ਆ ਵੀ ਜਿਹੜੀ ਇਹ ਗੁਰੂ ਨਾਨਕ ਫੂਡ ਬੈਂਕ ਆ, ਇਹਨੂੰ ਸਟੂਡੈਂਟ ਇਹਦੇ ਰੈਸਿਪੀਐਂਟ ਰਹਿਣ, ਤਾਂ ਸਟੂਡੈਂਟ ਇਹਨੂੰ ਆਉਣ ਵਾਲੇ ਟਾਈਮ 'ਚ ਚਲਾਉਣ। ਇਹ ਸਾਡੇ ਮਨ ਦੀ ਗੱਲ ਹੈ। ਢਿੱਲੋਂ ਸਾਹਿਬ, ਇਹਦੇ 'ਚ ਜਿਹੜੇ ਤੁਹਾਨੂੰ ਕਰਦੇ ਨੇ, ਡੋਨੇਟ ਕਰਦੇ ਨੇ, ਇੱਕ ਤਾਂ ਆ ਸਾਡੇ ਪਿੱਛੇ ਪਿਆ ਹੀ ਆ ਹਰੇਕ ਤਰ੍ਹਾਂ ਦਾ ਰਾਸ਼ਨ ਪਾਣੀ, ਜੋ ਵੀ ਜੀਵਨ ਲਈ ਚਾਹੀਦਾ ਸਮਾਨ ਉਹ ਹੁੰਦਾ, ਅਤੇ ਫਾਈਨੈਂਸ਼ੀਅਲ ਕੈਸ਼ ਵਗੈਰਾ ਵੀ ਤੁਹਾਨੂੰ ਡੋਨੇਟ ਕਰਦੇ ਨੇ? ਹਾਂਜੀ, ਲੋਕ ਸਾਨੂੰ ਕੈਸ਼ ਵੀ ਡੋਨੇਟ ਕਰਦੇ ਆ, ਰਸ ਵੀ ਡੋਨੇਟ ਕਰਦੇ ਆ। ਜਦੋਂ ਆ ਨਹੀਂ ਹੁੰਦਾ, ਜਿਵੇਂ ਹੁਣ ਅਸੀਂ ਅੱਜ ਬੈਠੇ ਆ, ਮੈਂ ਤੇ ਮਨਹਾਸ ਸਾਹਿਬ, ਜਿਹੜੇ ਕਾਰਪੋਰੇਟ ਅਦਾਰੇ ਆ ਉਹ ਸਾਨੂੰ ਜਿਵੇਂ ਫਾਈਨੈਂਸ਼ੀਅਲੀ ਇਹ ਕਹਿ ਦਿੰਦੇ ਆ ਜਿਹਦਾ ਤੋਂ ਆਪ ਨਹੀਂ ਹੁੰਦਾ। ਜਿਵੇਂ ਐਤਕੀ ਅਸੀਂ ਤਕਰੀਬਨ ਇੱਕ ਪੈਲਟ ਜਿਹੜਾ ਤਕਰੀਬਨ ਇੱਕ ਟਨ ਦਾ ਹੈਗਾ, ਉਹਦੀ ਐਵਰੇਜ ਜਿਵੇਂ ਆਟੇ ਦਾ, ਚੌਲਾਂ ਦਾ ਜਾਂ ਹੋਰ ਹੈਗੇ ਆ, ਐਵਰੇਜ ਆਊਟ ਅਸੀਂ ਕੱਢ ਕੇ ਦੇਖਿਆ $1500 ਮੈਂ ਇੱਕ ਪੈਲਟ ਤੇ। ਹੁਣ ਸਾਨੂੰ ਜਿਹੜੇ ਕਾਰਪੋਰੇਟ ਅਦਾਰੇ ਆ ਉਹ ਇਸ ਤਰ੍ਹਾਂ, ਜਿਵੇਂ ਮਨਹਾਸ ਸਾਹਿਬ ਦੱਸ ਰਹੇ ਸੀ, ਉਹ ਲਿਖਾ ਰਹੇ ਮੇਰੇ 2 ਪੈਲਟ ਲਿਖ ਲਿਓ ਬਈ, ਮੇਰਾ ਇੱਕ ਪੈਲਟ ਲਿਖ ਲਿਓ ਨਾ, ਅਸੀਂ ਫੋਨ 'ਤੇ ਲਿਖਾ ਦਿੰਦੇ, ਫੋਨ 'ਤੇ ਲਿਖਾ ਦਿੰਦੇ ਜੀ। ਉਹ ਫਿਰ ਸਾਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਜੀ ਵੀ ਅਸੀਂ ਇੱਕ ਤਾਂ ਉਹਨਾਂ ਨੂੰ ਡੋਨੇਸ਼ਨ ਰਸੀਦ ਦੇ ਦੇਣੀ ਹੈ ਨਾ, ਦੂਜਾ ਇਹ ਹੈ ਵੀ ਅਸੀਂ ਕਿਹੜਾ ਪੈਲਟ ਲੈ ਕੇ ਉਹਨਾਂ ਦੇ ਬਿਹਾਫ 'ਤੇ ਦੇਣਾ। ਵੈਸੇ ਉਹ ਪੈਲਟ ਅਸੀਂ ਅੱਜ ਹੀ ਜਾਂ ਕੱਲ੍ਹ ਨੂੰ ਲੈ ਕੇ ਦੇ ਦੇਣਾ, ਇਹ ਨਹੀਂ ਹੈ ਵੀ ਅਸੀਂ ਪੈਸੇ ਰੱਖਾਂਗੇ। ਅਸੀਂ ਜਿਹੜਾ ਵੀ ਸਾਨੂੰ ਜਿਵੇਂ ਵੀ ਹੈਗਾ ਪੈਲਟ ਉਸ ਤਰ੍ਹਾਂ ਅਸੀਂ ਕਰ। ਅਤੇ ਇਹਦੇ 'ਚ ਕੋਈ ਸਰਕਾਰ ਵੱਲੋਂ ਵੀ ਹੈਲਪ ਮਿਲਦੀ ਹੈ?
ਨਹੀਂ ਜੀ, ਇਹ ਬਹੁਤ ਦੁਕਾਨ ਤੇ ਅਸੀਂ ਮੀਡੀਆ 'ਚ ਹਮੇਸ਼ਾ ਹੀ ਕਹਿ ਰਹੇ ਹਾਂ, ਸਪੈਸ਼ਲੀ ਪਿਛਲੇ 6 ਮਹੀਨਿਆਂ ਤੋਂ, ਬਈ ਸਾਨੂੰ ਸਰਕਾਰ ਤੋਂ ਕੋਈ ਵੀ ਰਿਬੇਟ ਜਾਂ ਕੋਈ ਵੀ ਕੁਝ ਨਹੀਂ ਮਿਲ ਰਿਹਾ। ਅਸੀਂ ਹੁਣ ਸਾਡੀ ਹੁਣ ਬਿਲਕੁਲ ਮਤਲਬ ਹੱਥ ਸਾਡੇ ਖੜੇ ਆ ਬਈ ਟੂ ਮੱਚ ਹੋ ਗਿਆ। ਇਹ ਸਰਕਾਰ ਦਾ ਹੁਣ ਫਰਜ਼ ਬਣਦਾ ਵੀ ਉਹ ਜ਼ਰੂਰ ਕੁਝ ਨਾ ਕੁਝ ਸਾਨੂੰ ਗ੍ਰਾਂਟ ਵਗੈਰਾ ਦੇਣ। ਪਰ ਬਾਬੇ ਨਾਨਕ ਦੇ ਬੈਂਕ 'ਚ ਹੱਥ ਖੜੇ ਹੋ ਸਕਦੇ ਆ? ਨਹੀਂ, ਹੱਥ ਨਹੀਂ ਉਸ ਤਰ੍ਹਾਂ ਨਹੀਂ ਮੈਂ ਕਹਿੰਦਾ, ਪਰ ਵੇ ਵੀ ਗ੍ਰਾਂਟ ਵੱਲੋਂ ਵੀ ਦੇਖੋ ਅਸੀਂ ਟੈਕਸ ਪੇਅਰ ਆ। ਜੇ ਬਾਕੀ ਸਾਰੀਆਂ ਸੁਸਾਇਟੀਆਂ ਨੂੰ ਗ੍ਰਾਂਟ ਮਿਲਦੀ ਆ ਤਾਂ ਬਾਬੇ ਨਾਨਕ ਦੇ ਅਦਾਰੇ ਨੂੰ ਵੀ ਬਣਦੀ ਗ੍ਰਾਂਟ ਮਿਲਣੀ ਚਾਹੀਦੀ ਆ। ਅਸੀਂ ਕੋਈ ਸਪੈਸ਼ਲ ਗ੍ਰਾਂਟ ਨਹੀਂ ਮੰਗਦੇ। ਬਾਕੀ ਹੋਰ ਬਹੁਤ ਚੈਰੀਟੇਬਲ ਸੁਸਾਇਟੀਜ਼ ਆ ਜਿਨ੍ਹਾਂ ਨੂੰ BC ਗਵਰਨਮੈਂਟ ਪ੍ਰੋਵਿੰਸ਼ੀਅਲ ਗਵਰਨਮੈਂਟ ਜਾਂ ਫੈਡਰਲ ਗਵਰਨਮੈਂਟ ਗ੍ਰਾਂਟ ਦਿੰਦੀ ਆ, ਵੀ ਸਾਡੀ ਵੀ ਜਿਹੜੀ ਬਣਦੀ ਗ੍ਰਾਂਟ ਆ ਜਿਹੜੀਆਂ ਬਾਕੀ ਫੂਡ ਬੈਂਕਾਂ ਨੂੰ ਮਿਲਣੀ ਚਾਹੀਦੀ ਆ ਉਹ ਸਾਨੂੰ ਮਿਲਣੀ ਚਾਹੀਦੀ ਆ। ਚਲੋ ਅਖੀਰਲਾ ਸਵਾਲ, ਇਸ ਸੰਬੰਧ ਵਿੱਚ ਕੋਈ ਨਵਾਂ ਵੀ ਪਲਾਨ ਬਣਾ ਰਹੇ ਜੀ ਵੀ ਇਸ ਡੋਨੇਸ਼ਨ ਤੋਂ ਅੱਗੇ ਕਿੱਥੇ ਵਧਣਾ? ਦੇਖੋ ਜੀ, ਇਵੋਲਵ ਤਾਂ ਹੁੰਦੇ ਰਹਿੰਦੇ ਆ, ਹਰੇਕ ਚੀਜ਼ 'ਚ ਇਵੋਲਵ ਤਾਂ ਹੋਣਾ ਹੀ ਹੋਣਾ ਹੈ ਨਾ ਜੀ। ਅਸੀਂ ਜਿਵੇਂ ਹੁਣ ਟਰਾਈ ਕਰ ਰਹੇ ਹਾਂ ਵੀ ਗੁਰੂ ਨਾਨਕ ਫੂਡ ਬੈਂਕ ਦਾ ਆਪ ਦਾ ਘਰ ਹੋ ਗਿਆ, ਕਿਉਂਕਿ ਹਜੇ ਤੱਕ ਅਸੀਂ ਸਾਰਾ ਕੁਝ ਜ਼ਿਆਦਾ ਜਿਹੜੇ ਸਾਡੇ ਕੋਲੇ ਵੇਅਰ ਹਾਊਸ ਆ ਜਾਂ ਜਿਹੜਾ ਸਾਡੇ ਕੋਲੇ ਜਿਹਦੇ ਤੋਂ ਅਸੀਂ ਆਪਰੇਟ ਕਰ ਰਹੇ ਹਾਂ ਆਫਿਸਿਸ ਆ, ਉਹ ਸਾਰੇ ਸਾਨੂੰ ਮਤਲਬ ਟੈਂਪਰੇਰੀਲੀ ਡੋਨੇਟ ਕੀਤੇ ਨੇ। ਪਰ ਅਸੀਂ ਨਹੀਂ ਚਾਹੁੰਦੇ ਵੀ ਅਸੀਂ ਰਹੀਏ ਨਾ ਰਹੀਏ ਇੱਥੇ, ਪਰ ਇਹ ਜਿਹੜੀ ਇੱਕ ਵਾਰੀ ਚੱਲ ਪਈ ਇਹ ਚੱਲਦੀ ਰਹੇ, ਉਹਦੇ ਵਾਸਤੇ ਡ੍ਰੀਮ ਹੈ ਜੀ। ਹਾਂਜੀ, ਸੋ ਇਸ ਕਰਕੇ ਅਸੀਂ ਕਹਿੰਦੇ ਵੀ ਇਹਦਾ ਪੱਕਾ ਘਰ ਬਣ ਗਿਆ। ਹੁਣ ਪਿਛਲੀ ਵਾਰ ਅਸੀਂ ਡੋਨੇਸ਼ਨ ਇਕੱਠੀ ਕੀਤੀ ਸੀ ਵੀ ਇਹਦੇ ਵਾਸਤੇ ਬਿਲਡਿੰਗ ਵਾਸਤੇ, ਤਕਰੀਬਨ ਸਾਨੂੰ 8-9 ਲੱਖ ਡਾਲਰ ਦੇ ਇਕੱਠਾ ਹੋਇਆ ਸੀ, ਉਹ ਪਿਆ ਵਾ। ਪਰ ਹੁਣ ਸਾਨੂੰ ਸਿਟੀ ਦੇ ਜਿਵੇਂ ਪਹਿਲਾਂ ਤਾਂ ਸਿਰਫ ਸਰੀ ਦੇ ਪਿਛਲੀ ਕਾਉਂਸਲ ਨੇ ਕਿਹਾ ਸੀ ਅਸੀਂ ਤੁਹਾਨੂੰ ਜਗ੍ਹਾ ਦੇ ਦਿਆਂਗੇ, ਉਹਦੇ ਤੇ ਬਣਾ ਲਿਓ, ਪਰ ਉਹ ਨਹੀਂ, ਉਹੀ ਉੱਥੇ ਹੀ ਆਉਂਦਾ ਜੀ। ਮੈਂ ਵੀ ਜਦੋਂ ਫਿਰ ਉਹ ਇੱਥੇ ਕਾਉਂਸਲ ਚੇਂਜ ਹੋ ਗਈ, ਨਵੀਂ ਕਾਉਂਸਲ ਨਾਲ ਸਾਡੀ ਹਜੇ ਗੱਲਬਾਤ ਕੋਈ ਲੱਗੀ ਦੀ ਸਿਰੇ, ਪਰ ਉਹਨੇ ਚਿਰ ਦੇ ਵਿੱਚ ਡੈਲਟਾ ਵਾਲੇ ਜਿਹੜੀ ਡੈਲਟਾ ਕਾਉਂਸਲ ਨੇ ਤੇ ਡੈਲਟਾ ਮੇਅਰ ਨੇ ਆਪਦੇ ਕੋਲੋਂ ਸਾਨੂੰ 10,000 ਡੋਨੇਸ਼ਨ ਵੀ ਦਿੱਤੀ ਉੱਥੇ, ਤੇ ਜਿਹੜਾ ਟੈਂਪਰੇਰੀ ਸਾਡਾ 2 ਸਾਲ ਵਾਸਤੇ ਉੱਥੇ ਹੈਗਾ ਉਹਨਾਂ ਨੇ ਟੈਕਸ ਵੀ ਮਾਫ ਕੀਤਾ, ਸਾਰਾ ਕੁਝ ਕੀਤਾ ਜੀ। ਪਲੱਸ ਉਹਨਾਂ ਨੇ ਸਾਨੂੰ ਪ੍ਰੋਮਿਸ ਕੀਤਾ ਵੀ ਵਿਦਨ ਦੈਟ ਪੀਰੀਅਡ ਉਹ ਸਾਨੂੰ ਕੋਈ ਨਾ ਕੋਈ ਜਗ੍ਹਾ ਲੱਭ ਕੇ ਦੇਣਗੇ ਜਿੱਥੇ ਅਸੀਂ ਆਪਦਾ ਘਰ ਪਾ ਸਕੀਏ। ਸਾਡਾ ਜਿਹੜਾ ਡ੍ਰੀਮ ਇਹੀ ਆ ਵੀ ਇਹਦਾ ਆਪਦਾ ਘਰ ਦਾ ਪੱਕਾ ਘਰ ਹੋਵੇ। ਦੁਨੀਆ ਭਰ ਦੇ ਲੋਕ ਸੇਵਾ ਲੈ ਹਾਂ, ਗਾਂ ਵਾਲੇ ਕੋਈ ਜਿਹੜੇ ਅਸੀਂ ਨਾ ਰਹੇ, ਕੋਈ ਨਵੇਂ ਡਾਇਰੈਕਟਰ ਆਉਣ ਜਾਂ ਕੁਝ ਵੀ ਆ, ਉਹਨਾਂ ਨੂੰ ਨਵੇਂ ਸਿਰੋਂ ਦਾ ਸ਼ੁਰੂ ਕਰੋ। ਤੁਹਾਡਾ ਨਾਂ ਕੀ ਹੈ? ਮੇਰਾ ਨਾਮ ਹੈਗਾ ਰੂਬੀ ਔਲ। ਰੂਬੀ ਜੀ, ਤੁਸੀਂ ਗੁਰੂ ਨਾਨਕ ਫੂਡ ਬੈਂਕ ਅੱਜ ਆਏ ਦੇ, ਲਗਾਤਾਰ ਅਸੀਂ ਦੇਖ ਰਹੇ ਸੀ ਇੱਥੇ ਸੇਵਾ ਕਰ ਰਹੇ ਜੇ, ਇਹ ਸੇਵਾ ਵਾਲੇ ਪਾਸੇ ਕਿਵੇਂ ਆ ਗਏ? ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਜਿੱਦਾਂ ਮੈਂ ਜਿਹੜਾ ਮੇਰੀ ਨਾ ਮਾਮ ਦੀ ਡੈਥ ਹੋਈ ਸੀ 2017 ਚ ਵਿਦ ਕੈਂਸਰ। ਇਟ ਵਾਸ ਸ਼ੌਕਿੰਗ, ਵਿਦਨ 6 ਵੀਕ ਸ਼ੀ ਵਾਸ ਗੋਨ। ਪਰ ਫਿਰ ਇੱਕ ਵਾਰੀ ਜਿੱਦਾਂ ਮੇਰਾ ਸੋਸ਼ਲ ਮੀਡੀਆ ਤੇ ਪਲੇਟਫਾਰਮ, ਜਿੱਦਾਂ ਮੈਂ ਕਮਿਊਨਿਟੀ ਸਰਵਿਸਿਜ਼ ਦੇ ਨਾਲ ਕਾਫੀ ਕਨੈਕਟਡ ਹੈਗੀ ਹਾਂ, ਉਹਦੇ ਵਿੱਚ ਮੈਨੂੰ ਮੇਰੇ ਵਨ ਆਫ ਜਿਹੜੇ ਸੀਗੇ ਫੇਸਬੁੱਕ ਫਰੈਂਡ, ਉਹਨਾਂ ਨੇ ਮੈਨੂੰ ਕਨੈਕਟ ਕੀਤਾ ਤੇ ਮੈਨੂੰ ਕਹਿੰਦੇ ਕਿ ਰੂਬੀ ਵੀ ਮੈਂ ਤੇਰੀ ਪ੍ਰੋਫਾਈਲ ਚੈੱਕ ਕੀਤੀ ਆ, ਕਿਉਂ ਨਾ ਹੋਵੇ ਕਿ ਤੂੰ ਸਾਡੇ ਨਾਲ ਜੁਆਇਨ ਕਰ ਸਕੇ, ਕਿਉਂਕਿ ਤੇਰਾ ਕਮਿਊਨਿਟੀ ਸਰਵਿਸਿਜ਼ ਤੂੰ ਫੰਡ ਰੇਜ਼ਿੰਗ ਦੇ ਵਿੱਚ ਕਾਫੀ ਇਨਵੋਲਵ ਹੈਗੀ ਆ। ਮੈਂ ਫਿਰ ਉਸ ਟਾਈਮ 'ਤੇ ਮੈਂ ਉਹਨਾਂ ਨੂੰ ਕਿਹਾ ਕਿ ਠੀਕ ਆ, ਮੈਂ ਆ ਜੂੰਗੀ। ਤੇ ਫਿਰ ਉਹਨਾਂ ਨੇ ਮੈਨੂੰ ਇੱਕ ਮੀਟਿੰਗ ਦੇ ਵਿੱਚ ਮੀਟਿੰਗ ਸੀਗੀ BC ਕੈਂਸਰ ਦੀ, ਜਿੱਥੇ ਉਹਨਾਂ ਨੇ $51,000 ਦਾ ਚੈੱਕ ਪ੍ਰੈਜ਼ੈਂਟ ਕਰਨਾ ਸੀਗਾ। ਸੋ ਆਈ ਵਾਸ ਵੈਰੀ ਬਲੈਸਡ ਕਿ ਮੈਨੂੰ ਉਸ ਦਾ ਮੌਕਾ ਮਿਲਿਆ। ਤੇ ਉਸ ਮੌਕੇ ਦੇ ਸਾਹਮਣੇ ਹੋਏ ਮੈਂ ਉਦੋਂ ਉੱਥੇ ਪਹੁੰਚੀ ਤੇ ਅਸੀਂ 51,000 ਦਾ ਚੈੱਕ ਦਿੱਤਾ। ਤੇ ਬਸ ਉਹ ਦਿਨ ਤੋਂ ਫਿਰ ਮੈਨੂੰ ਇੱਦਾਂ ਹੋਇਆ ਕਿ ਇਹਦੇ ਹਿਸਾਬ ਨਾਲ ਜੇ ਮੈਂ ਕਮਿਊਨਿਟੀ ਦੇ ਵਿੱਚ ਜਿੱਦਾਂ ਵੋਲੰਟੀਅਰ 'ਚ ਜੁਆਇਨ ਕਰਦੀ ਹਾਂ, ਮੈਂ ਆਪਣਾ ਟਾਈਮ, ਮੇਰੀ એનર્ਜੀ, ਮੇਰਾ ਜੋ ਵੀ ਮੈਂ ਕਰ ਸਕਦੀ ਹਾਂ, ਉਹਦੇ ਨਾਲ ਮੇਰੀ ਮਾਮ ਦੀ ਜਿਹੜੀ ਗਰੀਫ ਹੈਗਾ ਆ ਉਹ ਮੈਨੂੰ ਹੀਲ ਕਰ ਸਕਦਾ ਆ। ਸੋ ਫਿਰ ਮੈਂ ਹੌਲੀ ਫਿਰ ਮੈਂ ਜਿੱਦਾਂ ਜਿਹੜੇ ਸਾਡੇ ਟੀਮ ਮੈਂਬਰ ਸੀ, ਅਸੀਂ 6 ਜਾਣੇ ਸੀਗੇ, ਜਦੋਂ ਅਸੀਂ ਚੈੱਕ ਪ੍ਰੈਜ਼ੈਂਟ ਕੀਤਾ
ਤੇ ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਅਸੀਂ ਨਾ ਵੀ ਹੋਰ ਵੀ ਆਰਗੇਨਾਈਜੇਸ਼ਨਸ ਵੀ ਹੈਗੀ ਆ ਜਿੱਥੇ ਅਸੀਂ ਵੋਲੰਟੀਅਰਲੀ ਕਰਦੇ ਆ। ਫਿਰ ਇਹ ਜਿਹੜੇ ਬੈਂਕ ਦੀ ਗੱਲ ਕੀਤੀ ਬੈਂਕ ਦੀ, ਹਾਂਜੀ। ਫਿਰ ਉਹਨਾਂ ਨੇ ਮੈਨੂੰ ਗੁਰੂ ਨਾਨਕ ਫੂਡ ਬੈਂਕ 'ਚ ਇੰਟਰੋਡਿਊਸ ਕਰਾਇਆ। ਸੋ ਫਿਰ ਗਿਆਨੀ ਜੀ ਨਾਲ ਮੈਨੂੰ ਮਿਲਾਇਆ ਉਹਨਾਂ ਨੇ, ਜੀ ਮਨਹਾਸ, ਉਹਨਾਂ ਨੇ ਮੈਨੂੰ ਗਿਆਨੀ ਜੀ ਦੇ ਨਾਲ ਮਿਲਾਇਆ। ਉੱਥੋਂ ਫਿਰ ਮੈਨੂੰ ਕਾਫੀ ਇੰਸਪਾਇਰੇਸ਼ਨ ਮਿਲੀ ਕਿ ਇੰਨਾ ਵੱਡਾ ਕੰਮ ਮੈਨੂੰ ਪਤਾ ਹੀ ਨਹੀਂ ਸੀਗਾ। ਮੈਂ ਡੈਲਟਾ ਵਿੱਚ ਰਹਿੰਦੀ ਹਾਂ, ਪਰ ਮੇਰਾ ਸਰੀ ਦੀ ਕਮਿਊਨਿਟੀ ਦੇ ਨਾਲ ਕਾਫੀ ਕਨੈਕਸ਼ਨ ਹੋ ਗਿਆ। ਸੋ 5-6 ਮਹੀਨੇ ਇੱਦਾਂ ਹੀ ਕਰਦੇ ਕਰਦੇ ਸਾਡੇ ਇੱਕ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਸੀਗਾ ਨਵੰਬਰ 6 ਤਰੀਕ ਨੂੰ। ਉਸ ਦਿਨ ਅਸੀਂ ਬਲੈਂਕਟਸ ਦੀ ਡਰਾਈਵ ਕੀਤੀ, ਮੈਨੂੰ ਬਹੁਤ ਚੰਗਾ ਲੱਗਿਆ। ਉਸ ਦਿਨ ਮੇਰਾ ਪਹਿਲੀ ਵਾਰੀ ਵੋਲੰਟੀਅਰ ਵਰਕ ਸੀਗਾ। ਸੋ ਇੰਨੀ ਠੰਡ ਵੀ ਸੀਗੀ, ਪਰ ਸਾਰਾ ਦਿਨ ਮੈਂ ਸੂਟ 'ਚ ਪਾ ਕੇ ਸੇਵਾ 'ਚ ਠੰਡ ਮਹਿਸੂਸ ਨਹੀਂ। ਰੂਬੀ ਜੀ ਤੁਸੀਂ ਇੱਕ ਦੱਸੋ, ਕਿਉਂਕਿ ਇਹ ਪ੍ਰੋਗਰਾਮ ਸਮਰ ਨੂੰ ਤੁਸੀਂ ਬਹੁਤ ਵਾਰੀ ਚਲਾਇਆ ਔਰ ਦੁਨੀਆ ਭਰ ਦੇ ਲੋਕ ਇਸ ਬੈਂਕ ਦੀ ਸਰਗਰਮੀ ਨੂੰ ਦੇਖ ਕੇ ਬੜੀ ਰਾਹਤ ਮਹਿਸੂਸ ਕਰਦੇ ਆ ਵੀ ਇਦਾਂ ਦਾ ਬੈਂਕ ਕੋਈ ਵੀ ਆ ਜਾਏ, ਕਿਸੇ ਵੀ ਧਰਮ, ਕਿਸੇ ਵੀ ਜਾਤ, ਕਿਸੇ ਵੀ ਪਾਤ ਦਾ ਬੰਦਾ ਉਹ ਕਵੇ ਮੇਰੇ ਲਈ ਖਾਣ ਲਈ ਰੋਟੀ ਨਹੀਂ, ਤੁਸੀਂ ਚੱਕ ਕੇ ਉਹਨੂੰ ਪੈਕ ਦੇ ਦਿੰਦੇ ਜੇ ਰਾਸ਼ਨ ਦਾ। ਇਹ ਸਾਰੀ ਪ੍ਰਕਿਰਿਆ ਕਿਵੇਂ ਚੱਲ ਰਹੀ ਹੈ? ਉਹ ਮੈਂ ਸੋਚਦੀ ਹਾਂ ਉਹ ਪਰਮਾਤਮਾ ਦੇਣ ਵਾਲਾ ਆ, ਜਾਂ ਜਿਹੜੇ ਕਮਿਊਨਿਟੀ ਵਿੱਚ ਬਹੁਤ ਵੱਡੇ ਨੇ ਦੇਣ ਵਾਲੇ, ਜਿਹੜੇ ਇਸ ਗੁਰੂ ਨਾਨਕ ਫੂਡ ਬੈਂਕ ਨੂੰ ਬਹੁਤ ਜ਼ਿਆਦਾ ਸਪੋਰਟ ਕਰਦੇ ਆ। ਇਟਸ ਅਮੇਜ਼ਿੰਗ ਕਿ ਜਿਹੜੇ ਲਾਈਕ 13,000, ਜਿੱਦਾਂ ਮੈਂ ਤੁਹਾਨੂੰ ਥੋੜ੍ਹਾ ਜਿਹਾ ਇਹਦੇ ਵਿੱਚ ਵਾਪਸ ਲੈ ਜਾਣਾ ਚਾਹੁੰਦੀ ਹਾਂ। ਜਿਹੜਾ ਮੈਂ ਰਹਿੰਦੀ ਡੈਲਟਾ ਵਿੱਚ ਜਿਹੜੀ 3rd ਲੋਕੇਸ਼ਨ ਖੁੱਲੀ ਸੀਗੀ, ਉਹਦੇ ਵਿੱਚ ਤੁਸੀਂ ਮੰਨਣਾ ਨਹੀਂਗਾ ਕਿ ਉਹਦੇ ਵਿੱਚ ਕਿੰਨੀ ਜ਼ਿਆਦਾ ਇੰਸਪਾਇਰੇਸ਼ਨ ਮਿਲੀ। ਸਾਡੀ ਜਿਹੜੀ ਡੈਲਟਾ ਦੀ ਕਮਿਊਨਿਟੀ ਸੀਗੀ, ਉਹਨਾਂ ਨੇ ਇੰਨੀ ਉਸ ਦਿਨ ਸਪੋਰਟ। ਰੂਬੀ ਜੀ ਮੈਂ ਪਿਛਲੇ ਦਿਨੀ 30 ਜੂਨ ਨੂੰ ਹੀ ਸ਼ਾਇਦ ਉੱਥੇ ਗਿਆ ਸੀ ਤੇ ਮੈਂ ਉਹਦੇ ਤੇ ਇੱਕ ਪ੍ਰੋਗਰਾਮ ਵੀ ਕੀਤਾ। ਦੁਨੀਆ ਭਰ ਦੇ ਲੋਕ ਐਪਰੀਸ਼ੀਏਟ ਕਰ ਰਹੇ, ਬਹੁਤ ਵੱਡਾ ਇਹ ਲੋਕੇਸ਼ਨ ਤੋਂ ਵੀ ਬਹੁਤ ਵੱਡਾ ਸਟੋਰ ਹੈ ਔਰ ਬਹੁਤ ਵਧੀਆ ਕੰਮ ਚੱਲ ਰਿਹਾ। ਹਾਂਜੀ, ਨਹੀਂ ਬਹੁਤ ਸੋਹਣਾ ਚੱਲ ਰਿਹਾ ਹੈ। ਬਹੁਤ ਜਿਹੜਾ ਗੁਰੂ ਨਾਨਕ ਫੂਡ ਬੈਂਕ ਨੇ ਜਿਹੜੀ ਤੀਜੀ ਲੋਕੇਸ਼ਨ ਖੋਲੀ ਆ, ਉਹਦੇ ਨਾਲ ਡੈਲਟਾ ਵਿੱਚ ਨਾਲੇ ਫੂਡ ਬੈਂਕ ਹੈ ਹੀ ਨਹੀਂ ਸੀਗਾ। ਦੈਟਸ ਅਮੇਜ਼ਿੰਗ ਅਦਰ ਥਿੰਗ। ਤੇ ਡੈਲਟਾ ਵਿੱਚ ਜਿਹੜੇ ਹੁਣ ਨਿਊ ਇਮੀਗ੍ਰੈਂਟਸ, ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਆਏ ਆ, ਉਹਨਾਂ ਨੂੰ ਜ਼ਿਆਦਾ ਦੂਰ ਆਉਣ, ਇੱਥੇ ਸਰੀ ਆਉਣ ਵਿੱਚ ਨਹੀਂ ਆਉਣਾ ਪੈਂਦਾ। ਹੁਣ ਉਹ ਡੈਲਟਾ ਵਿੱਚ ਨੇੜੇ ਜਾ ਕੇ ਆਪਣਾ ਫੂਡ ਵਗੈਰਾ ਪਿਕ ਕਰ ਸਕਦੇ ਆ, ਕਿਉਂਕਿ ਕਈ ਬੱਚੇ ਮੈਂ ਦੇਖੇ ਆ ਜਿਨ੍ਹਾਂ ਕੋਲ ਵੀ ਜਦੋਂ 에ਅਰਪੋਰਟ ਤੋਂ ਆਉਂਦੇ ਆ ਤੇ ਉਹਨਾਂ ਕੋਲ ਕੁਝ ਵੀ ਨਹੀਂ ਹੁੰਦਾ, ਸਿਰਫ 2 ਸੂਟਕੇਸਿਸ। ਲੱਗਦਾ ਨਹੀਂਗਾ ਵੀ ਇਹ ਜਿਹੜਾ ਬੈਂਕ ਹੈ, ਜਿਹੜੇ ਸੈਂਕੜੇ ਹਜ਼ਾਰਾਂ, ਆਪਾਂ ਪੰਜਾਬ ਦੀ ਗੱਲ ਹੀ ਕਰ ਲਈਏ, ਪੰਜਾਬ ਦੀਆਂ ਮਾਵਾਂ ਦੀ ਗੋਦ ਵਿੱਚੋਂ ਬੱਚੇ ਇੱਥੇ ਆਉਂਦੇ ਨੇ ਤੇ ਉਹਨਾਂ ਨੂੰ ਬਹੁਤ ਵੱਡੀ ਰਾਹਤ ਮਿਲੀ ਹੈ ਵੀ ਸਾਡੀ ਗੋਦ ਤੋਂ ਗਏ ਬੱਚੇ ਜਿਹੜੇ ਆ, ਬਾਬੇ ਨਾਨਕ ਦਾ ਜਿਹੜਾ ਬੈਂਕ ਆ ਉਹ ਉਹਨਾਂ ਨੂੰ ਉਹ ਨਿੱਘ ਦੇ ਰਿਹਾ। ਹਾਂਜੀ, ਮੈਂ ਤੇ ਕਹਿੰਦੀ ਹਾਂ ਕਿ ਜਿਹੜੇ ਇੰਡੀਆ ਤੇ ਜਿਹੜੇ ਪੇਰੈਂਟਸ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰਾਊਡ ਹੋਣਾ ਚਾਹੀਦਾ ਆ ਕਿ ਜਿਹੜੀ ਇੱਥੇ ਦੀ ਜਿਹੜੀ ਕਮਿਊਨਿਟੀ ਆ, ਉਹਨਾਂ ਨੇ ਕਮਿਊਨਿਟੀ ਆ ਜਾਂ ਜਿਹੜਾ ਫੂਡ ਬੈਂਕ ਆ, ਉਹਨੇ ਇੰਨਾ ਜ਼ਿਆਦਾ ਵੱਡਾ ਪਲੇਟਫਾਰਮ ਵੈਲਕਮ ਵਾਸਤੇ ਸੈੱਟ ਕਰ ਦਿੱਤਾ ਆ ਕਿ no one can do this। ਸਾਡੇ ਨਾਲ ਮੌਜੂਦ ਨੇ ਗੁਰੂ ਨਾਨਕ ਫੂਡ ਬੈਂਕ ਦੇ ਡਾਇਰੈਕਟਰ ਨੀਰਜ ਵਾਲੀਆ ਜੀ। ਭਲੇ ਜੀ, ਅੱਜ ਜਿਹੜਾ ਵਰ੍ਹੇਗੰਢ ਤੀਸਰੀ ਮਨਾ ਰਹੇ ਆ, ਇਹਨੂੰ ਕਿੰਨਾ ਕੁ ਰਿਸਪੌਂਸ ਮਿਲਿਆ? ਦੇਖੋ ਜੀ, ਰਿਸਪੌਂਸ ਗੁਰੂ ਨਾਨਕ ਫੂਡ ਬੈਂਕ ਨੂੰ ਹਮੇਸ਼ਾ ਹੀ ਕਮਿਊਨਿਟੀ ਨੇ ਬਹੁਤ ਦਿੱਤਾ ਆ। ਜਦੋਂ ਵੀ ਅਸੀਂ ਰਿਕੁਐਸਟ ਕੀਤੀ ਆ ਵੀ ਲੋੜ ਆ ਪਈ ਆ, ਤੇ ਅੱਜ ਵੀ ਜਿਸ ਚੀਜ਼ ਦੇ ਸਾਨੂੰ ਉਮੀਦ ਸੀ ਉਹੀ ਆਪਾਂ ਟਰੈਕ ਰੈਕਡ ਤੇ ਆ, ਤੇ ਜਿੰਨਾ ਕੁ ਟੀਚਾ ਸਾਡੇ ਵੱਲੋਂ ਮਿੱਥਿਆ ਗਿਆ ਆ ਤੇ ਸਾਨੂੰ ਪੂਰੀ ਉਮੀਦ ਆ ਵੀ ਅਸੀਂ ਸ਼ਾਮ ਤੱਕ ਉਹ ਟੀਚਾ ਜਿਹੜਾ ਆਪਾਂ ਪਾਰ ਕਰ ਲਾਂਗੇ। ਮੁੱਖ ਤੌਰ ਤੇ ਇਹ ਕਿਉਂਕਿ ਜਿਹੜੇ ਤੁਸੀਂ ਰਾਸ਼ਨ ਪੈਕ ਦਿੰਦੇ ਜੇ, ਕਈ ਤਰ੍ਹਾਂ ਦੀਆਂ ਆਈਟਮ ਨੇ ਉਹਦੇ 'ਚ ਜੀ, ਜਿਹੜੀ ਮੁੱਖ ਤੌਰ ਤੇ ਤੁਹਾਨੂੰ ਲੱਗਦਾ ਵੀ ਇਸ ਆਈਟਮ ਦੀ ਜ਼ਿਆਦਾ ਲੋੜ ਹੈ, ਡਿਮਾਂਡ ਆ ਤੇ ਘੱਟ ਹੈ, ਉਹਦੇ ਲਈ ਕੋਈ ਅਪੀਲ ਵੀ ਤੁਸੀਂ ਕਰਨਾ ਚਾਹੁੰਦੇ ਜੀ? ਦੇਖੋ, ਸਭ ਤੋਂ ਵੱਡੀ ਅਪੀਲ ਹੈ, ਜਿਹੜੀ ਚੀਜ਼ ਆਪਾਂ ਆਪਣੀ ਰਸੋਈ ਦੇ ਵਿੱਚ, ਕਿਚਨ ਵਿੱਚ ਬੜੀ ਰੈਗੂਲਰਲੀ ਚੱਕਦੇ ਆ ਯੂਜ਼ ਕਰਨ ਦੇ ਲਈ, ਉਹ ਤਾਂ ਸਾਡੀ ਮੁੱਢਲੀ ਲੋੜ ਆ, ਸਭ ਤੋਂ ਵੱਧ ਲੋੜ ਹੋ ਰਹੀ ਹੈ। ਜਿੱਦਾਂ ਤੇਲ ਆਪਾਂ ਯੂਜ਼ ਕਰਦੇ ਆ, ਸਾਲਟ ਆ, ਹਲਦੀ ਆ, ਲੂਣ ਆ, ਖੰਡ ਆ, ਆਟਾ ਆ, ਚੌਲ ਆ, ਦਾਲਾਂ ਆ, ਇਹਦੇ ਨਾਲ ਆਪਣਾ ਜਿਹੜਾ ਆ ਇੱਕ ਟਾਈਮ ਦਾ ਰਾਸ਼ਨ ਜਿਹੜਾ ਆ ਭੋਜਨ ਪੂਰਾ ਬਣ ਜਾਂਦਾ ਆ। ਇਹ ਸਭ ਤੋਂ ਵੱਡੀ ਲੋੜ ਆ। ਜਿਹੜੀਆਂ ਲਗਜ਼ਰੀਆਂ ਆਈਟਮਸ ਨੇ ਉਹਨਾਂ ਨੂੰ ਸਾਨੂੰ ਕੋਈ ਨਾ ਕੋਈ ਨਹੀਂ ਹੈਗੀ ਆ, ਪਰ ਜੇ ਤੁਹਾਡੀ ਮਰਜ਼ੀ ਇੱਛਾ ਹੈਗੀ ਆ ਵੀ ਮੈਂ ਉਹੀ ਚੀਜ਼ ਦੇਣੀ ਆ, ਠੀਕ ਹੈ, ਪਰ
ਜਿਹੜੀਆਂ ਆਹ ਚੀਜ਼ ਇਹਦੇ ਨਾਲ ਬੇਸਿਕ ਹੈਲਪ ਅਗਲੇ ਨੂੰ ਮਿਲ ਜਾਂਦੀ ਹੈ, ਕਿਉਂਕਿ ਫੂਡ ਬੈਂਕ ਦਾ ਰੂਲ ਹੀ ਇਹੀ ਹੈ ਵੀ ਤੁਸੀਂ ਉਹਨੂੰ ਬੇਸਿਕ ਹੈਲਪ ਮੁਹੱਈਆ ਕਰਾ ਦਿਓ, ਲਗਜ਼ਰੀ ਦੇਣ ਦੀ ਕੋਈ ਤੁਹਾਨੂੰ ਜ਼ਿਆਦਾ ਲੋੜ ਹੈ ਨਹੀਂ ਗੀ, ਤਾਂ ਕਿ ਸਾਰਿਆਂ ਨੂੰ ਕੋਈ ਭੁੱਖਾ ਨਾ ਸੋਵੇ, ਸਾਰਿਆਂ ਨੂੰ ਇੱਕ ਟਾਈਮ ਦਾ ਜਿਹੜਾ ਖਾਣਾ ਹੈ ਆਪਣੀ ਕਿਚਨ 'ਚ ਮਿਲਦਾ ਹੋਵੇ। ਉਸੇ ਤਰੀਕੇ ਨਾਲ ਅਸੀਂ ਬਾਰ-ਬਾਰ ਇਹੀ ਰਿਕੁਐਸਟ ਕਰ ਰਹੇ ਹਾਂ ਵੀ ਤੁਸੀਂ ਕੈਨੋਲਾ ਆਇਲ ਜ਼ਰੂਰ ਲੈ ਕੇ ਆਓ, ਤੁਸੀਂ ਟੇਬਲ ਸਾਲਟ ਜਿੱਦਾਂ ਹੁਣ ਗਿਆਨੀ ਜੀ ਨੇ ਅਨਾਉਂਸ ਕੀਤਾ ਵੀ ਕਿਸੇ ਨੇ 22 ਕਿਡਸ ਜਿਹੜੀਆਂ ਜੀ ਉਹ ਸਾਲਟ ਦੀਆਂ ਦਿੱਤੀਆਂ ਨੇ, ਸੋ ਸਾਡੀ ਉਹ ਲੋੜ ਪੂਰੀ ਹੋ ਗਈ। ਹੁਣ ਅਸੀਂ ਕਨਸਨਟ੍ਰੇਟ ਕਰ ਰਹੇ ਹਾਂ ਹੋਰ ਪਾਸੇ, ਜਿੱਦਾਂ ਆਟੇ ਦਾ ਸੈਕਸ਼ਨ ਆ, ਟੀ ਆ ਜਾਂ ਕੌਫੀ ਆ, ਬੱਚਿਆਂ ਦੇ ਲਈ ਡਾਈਪਰਸ ਤੇ ਬੇਬੀ ਫੂਡ ਦਾ ਆ, ਇਹ ਅਸੀਂ ਰਿਕੁਐਸਟ ਕਰ ਰਹੇ ਹਾਂ। ਕਈ ਵਾਰ ਕਾਫੀ ਹੋਰ ਆਈਟਮਾਂ ਵੀ ਆ ਜਾਂਦੀਆਂ, ਪਾਸਤਾ ਆ, ਸੌਸਿਸ ਆ, ਜਾਂ ਕੁਝ ਹੋਰ ਸੀਰੀਅਲਸ ਨੇ, ਕੈਨ ਫੂਡ ਨੇ, ਕੁਝ ਕੈਨ ਫੂਡ ਇੱਦਾਂ ਦੇ ਨੇ ਜਿਹੜੇ ਕੁਝ ਕਮਿਊਨਿਟੀਜ਼ ਹੀ ਲੈਂਦੀਆਂ ਨੇ, ਬਾਕੀ ਉਹ ਨੋਰਮਲੀ ਕੰਮ 'ਚ ਨਹੀਂ ਆਉਂਦਾ ਜੀ। ਬਾਲੇ ਤੁਹਾਡੀਆਂ ਸਾਰੀਆਂ ਗੱਲਾਂ ਸੁਣਨ ਤੋਂ ਇੰਝ ਲੱਗਦਾ ਵੀ ਜਿਵੇਂ ਇੱਕ ਜਨਰਲ ਸਟੋਰ ਹੁੰਦਾ ਉਹਦੇ ਤੁਸੀਂ ਬਹੁਤ ਐਕਸਪਰਟ ਜੇ। ਤੁਸੀਂ ਇਹ ਦੱਸੋ ਵੀ ਇੰਦਾ ਸਮਾਂ ਕਿਵੇਂ ਕੱਢ ਲੈਂਦੇ ਜੇ? ਤੁਸੀਂ ਆਪਣਾ ਵੀ ਘਰ-ਬਾਰ ਵੀ ਚਲਾਉਂਦੇ ਹੋਗੇ, ਆਪਣਾ ਜੌਬ ਵੀ ਕਰਦੇ ਹੋਗੇ, ਜਦੋਂ ਤੁਹਾਨੂੰ ਦੇਖੀਦਾ ਤੁਸੀਂ ਫੂਡ ਬੈਂਕ 'ਚ ਕਿਤੇ ਨਾ ਕਿਤੇ ਜੁੜੇ ਹੋ, ਪੈਕਟ ਇੱਧਰ ਕਰਦਾ, ਕੋਈ ਇੱਧਰ ਕਰਦਾ, ਕੋਈ ਕੰਪਿਊਟਰ 'ਚ ਉਂਗਲਾਂ ਮਾਰਦੇ ਜੇ। ਦੇਖੋ ਹੁਣ ਮੈਨੂੰ ਇਹ ਕਹਿਣ 'ਚ ਕੋਈ ਝਿਜਕ ਨਹੀਂ ਆ ਵੀ ਜਿਹੜੀ ਲੋੜ ਫੂਡ ਬੈਂਕ ਦੇ ਨਾਲ ਮੇਰੀ ਜੁੜ ਗਈ ਆ, ਤੇ ਫੂਡ ਬੈਂਕ ਨੂੰ ਜਿੰਨਾ ਕੁ ਮੈਂ ਆਪਣੇ ਅੰਦਰ ਅਡੋਪਟ ਕਰ ਲਿਆ ਆ, ਕੰਮ ਤੇ ਦਾ ਉਸ ਚੀਜ਼ ਦਾ ਅਸਰ ਹੁਣ ਹੈਗਾ ਆ, ਇਸ 'ਚ ਕੋਈ ਦੁਰਾਏ ਨਹੀਂ ਹੈਗਾ। ਪਰ ਯਕੀਨ ਮੰਨਿਓ, ਮੈਂ ਇਹ ਗੱਲ ਨੂੰ ਆਪ ਚੈੱਕ ਕੀਤਾ ਆ, ਮੈਂ 2 ਘੰਟੇ ਜੇ ਮੈਂ ਫੂਡ ਬੈਂਕ ਨੂੰ ਦਿੰਦਾ, ਮੈਨੂੰ 10 ਘੰਟੇ ਦਾ ਕੰਮ ਹੋਰ ਪਾਸੇ ਮਿਲ ਜਾਂਦਾ ਆ। ਐਦਾਂ ਵੀ ਹੋਇਆ ਆ ਵੀ ਜਦੋਂ ਦਿਨੇ ਮੇਰਾ ਪੂਰੇ 5 ਦਿਨ ਦਾ ਪੂਰਾ ਸਕੇਜੂਲ ਫੂਡ ਨਾਲ ਬੈਂਕ ਨਾਲ ਬਿਜ਼ੀ ਆ, ਮੈਨੂੰ ਉਦੋਂ ਆਫਰ ਆਈ ਆ ਵੀ ਨਾਈਟ ਸ਼ਿਫਟ ਦੇ ਵਿੱਚ ਵੀ ਕੰਮ ਹੈਗਾ ਆ, ਮੈਂ ਆਪਣਾ ਕਰਿਊ ਨਾਈਟ ਸ਼ਿਫਟ 'ਤੇ ਵੀ ਭੇਜਦਾ ਰਿਹਾ। ਸੋ ਐਦਾਂ ਕਦੇ ਨਹੀਂ ਹੁੰਦਾ ਜੇ ਤੁਸੀਂ ਬਾਬੇ ਨਾਨਕ ਲਈ ਤੁਸੀਂ ਬਾਬੇ ਨਾਨਕ ਦੀ ਹੱਟੀ ਤੋਂ ਖੱਟੀ ਮਿਲੀ ਖੱਟੀ, ਹਾਂਜੀ, ਇਹ ਆਪਣੀ ਜਿਹੜੀ ਵਿਜ਼ੂਅਲ ਆ ਆਪਾਂ ਅੱਖਾਂ ਨਾਲ ਦੇਖਦੇ ਆ, ਉਹ ਕਹਾਣੀ ਉੱਦਾਂ ਨਹੀਂ ਹੈਗੀ। ਬਾਬਾ ਨਾਨਕ ਹਰ ਪਾਸਿਓਂ ਦੇਖਦਾ ਆ, ਤੁਸੀਂ ਉਹਦੇ ਲਈ ਇੱਕ ਕਦਮ ਤੁਰੋ, ਤੁਹਾਨੂੰ ਹਜ਼ਾਰਾਂ ਕਦਮ ਤੁਹਾਡੇ ਲਈ ਹਾਜ਼ਰ ਆ। ਬੈਂਕ ਦੇ ਮੁਖੀ ਗਿਆਨੀ ਨਰਿੰਦਰ ਸਿੰਘ ਜੀ ਤੇ ਜਿਹੜੇ 7 ਡਾਇਰੈਕਟਰ ਨੇ ਸੇਵਾਦਾਰ ਕਹਿ ਲਈਏ, ਤੇ ਇਹਨਾਂ ਨੇ ਕੋਈ ਅਗਲਾ ਪ੍ਰੋਗਰਾਮ ਵੀ ਉਲੀਕਿਆ ਹੋਊਗਾ, ਪਲਾਨ ਬਣਾਇਆ ਹੋਊਗਾ ਵੀ ਹੋਰ ਵਿਸ਼ਾਲਤਾ ਨਾਲ ਕਿਵੇਂ ਸੇਵਾ ਕੀਤੀ ਜਾਵੇ, ਕੋਈ ਨਵਾਂ ਪ੍ਰੋਜੈਕਟ? ਕਿਉਂਕਿ ਤੁਹਾਡੇ ਨਾਲ ਜਿਹੜੀ ਸਾਂਝ ਹੈ ਜੀ, ਨਾ ਕੇਵਲ ਕੈਨੇਡਾ ਦੇ ਵਿੱਚ ਟਾਈਮ ਟੂ ਟਾਈਮ ਹੁੰਦੀ ਆ, ਪਿੱਛੇ ਆਪਾਂ ਇੰਡੀਆ 'ਚ ਵੀ ਮਿਲੇ ਆ, ਤੇ ਇੰਡੀਆ ਤੋਂ ਵੀ ਤੁਸੀਂ ਨਿਰੰਤਰ ਜਿਹੜਾ ਆ ਉੱਥੇ ਜਾਗਰੂਕ ਕਰਦੇ ਰਹਿੰਦੇ ਹੋ। ਬੱਚਿਆਂ ਦਾ ਕੋਈ ਮੁੱਦਾ ਹੋਵੇ, ਫੂਡ ਬੈਂਕ ਤੋਂ ਰਿਲੇਟਡ, ਇੰਟਰਨੈਸ਼ਨਲ ਸਟੂਡੈਂਟ ਕਿਉਂਕਿ ਕਾਫੀ ਸੰਖਿਆ 'ਚ ਪੰਜਾਬ ਤੋਂ ਹੀ ਆਉਂਦੇ ਆ, ਤੇ ਮੈਂ ਇਹ ਚੀਜ਼ ਤੁਹਾਡੇ ਨਾਲ ਇਹ ਪਹਿਲੀ ਵਾਰ ਸਾਂਝੀ ਇਹ ਮੈਂ ਕਰਦਾ। ਅਸੀਂ ਇਸ ਚੀਜ਼ ਦੇ ਲਈ ਫੂਡ ਬੈਂਕ ਨੂੰ ਹੋਰ ਸਾਡੇ ਫੋਨ ਕਾਲ ਇਹ ਆਉਂਦੇ ਵੀ ਤੁਸੀਂ ਫਲਾਣੇ ਸ਼ਹਿਰ 'ਚ ਕਦੋਂ ਖੋਲ ਰਹੇ ਹੋ, ਦੂਜੇ ਸ਼ਹਿਰ 'ਚ ਕਦੋਂ ਖੋਲ ਰਹੇ ਹੋ। ਲਾਸਟ ਹੀ ਪ੍ਰੋਗਰਾਮ ਕੀਤਾ ਸੀ, ਹਾਂਜੀ, ਬੜੇ ਕਮੈਂਟਸ ਆਏ ਬਰੈਂਪਟਨ ਕਦੋਂ ਖੋਲ ਰਹੇ ਕਦੋਂ ਖੋਲ। ਤਾਂ ਉਹਦਾ ਮੈਂ ਪ੍ਰਪੋਜ਼ਲ ਇੱਕ ਜੀ ਤਿਆਰ ਕੀਤਾ ਸੀਗਾ, ਉਹ ਮੈਂ ਆਪਣੇ ਜਿੰਨੇ ਸਾਡੇ ਮੈਨੇਜਮੈਂਟ ਹੈਗੀ ਆ ਉਹਨਾਂ ਨੂੰ ਮੈਂ ਪ੍ਰੈਜੈਂਟੇਸ਼ਨ ਕੀਤੀ ਸੀ, ਉਹਨਾਂ ਨੂੰ ਕਾਫੀ ਪਸੰਦ ਆਇਆ ਸੀ। ਤੇ ਹੁਣ ਮੈਨੂੰ ਲੱਗਦਾ ਵੀ ਸ਼ਾਇਦ ਹੁਣ ਉਹ ਟਾਈਮ ਆ ਗਿਆ ਜਦੋਂ ਉਹਨੇ ਅਸਲ ਰੂਪ ਨਿਰਧਾਰ ਕਰ ਲੈਣਾ ਆ। ਉਹ ਰੂਪ ਬੜਾ ਤੁਹਾਡੇ ਲਈ ਨਹੀਂ ਨਵਾਂ ਹੋਏਗਾ ਕਿਉਂਕਿ ਆਪਾਂ ਚੰਡੀਗੜ੍ਹ ਤੋਂ ਆ। ਉਹ ਕਨਸੈਪਟ ਹੈਗਾ ਜੀ ਮੋਬਾਈਲ ਫੂਡ ਬੈਂਕਿੰਗ ਦਾ। ਜੇ ਤੁਹਾਨੂੰ ਯਾਦ ਹੋਣਾ ਆਪਣੇ ਰਾਸ਼ਨ ਦੀਆਂ ਚੱਲਦੀ ਫਿਰਦੀ ਦੁਕਾਨ ਹੁੰਦੀ ਸੀ, ਠੀਕ ਹੈ ਜੀ। ਸੋ ਉਹਦੇ ਨਾਲ ਸਾਡਾ ਕੀ ਹੈਲਪ ਮਿਲ ਜੇਗੀ ਵੀ ਅਸੀਂ ਇੱਕ ਦਿਨ ਦੇ ਵਿੱਚ 2 ਸ਼ਹਿਰਾਂ ਦੇ ਵਿੱਚ ਜਿਹੜਾ ਫੂਡ ਬੈਂਕ ਲਿਜਾ ਸਕਦੇ ਹਾਂ ਤੇ 5 ਦਿਨਾਂ 'ਚ 10 ਸ਼ਹਿਰ ਅਸੀਂ ਕਵਰ ਕਰ ਸਕਦੇ ਹਾਂ। ਸਾਡਾ ਮਤਲਬ ਜਿਹੜੇ ਨੀਡੀ ਨੇ, ਲੋੜਵੰਦ ਨੇ, ਤੁਸੀਂ ਚਾਹੁੰਦੇ ਜੇ ਵੀ ਉਹਨਾਂ ਨੂੰ ਬੈਂਕ ਹੀ ਨਾ ਆਉਣਾ ਪਵੇ, ਉਹਨਾਂ ਦੇ ਡੋਰ ਤੇ ਹੀ ਉਹਨਾਂ ਨੂੰ ਰਾਸ਼ਨ ਦੇ ਦਿੱਤਾ ਜਾਵੇ? ਹਾਂਜੀ, ਅਸੀਂ ਡੋਰ ਤੇ ਨਹੀਂ ਜਾਵਾਂਗੇ, ਅਸੀਂ ਬਸ ਇੱਕ ਨੇਬਰਹੁੱਡ 'ਚ ਇੱਕ ਕੋਈ ਸਪੋਟ ਫਿਕਸ ਕਰ ਲਾਂਗੇ। ਲੈਟਸ ਸੇ ਕੋਈ ਚਰਚ ਦਾ, ਮੰਦਿਰ ਦਾ, ਮਸਜਿਦ ਦਾ ਜਾਂ ਗੁਰਦੁਆਰਾ ਸਾਹਿਬ ਜੇ ਉੱਥੇ ਹੈਗਾ ਆ, ਉੱਥੇ ਉਹਨਾਂ ਦੀ ਪਾਰਕਿੰਗ ਦੇ ਵਿੱਚ ਅਸੀਂ ਦਿਨ ਤੇ ਸਮਾਂ ਨਿਰਧਾਰਿਤ ਕਰ ਲਾਂਗੇ ਤੇ ਸਾਰੀ ਉਹ ਮੋਬਾਈਲ ਜਿਹੜਾ ਸਿਸਟਮ ਤੁਹਾਡਾ ਕੰਪਿਊਟਰਾਈਜ਼ਡ ਹੋਏਗਾ। ਤੁਹਾਨੂੰ ਉੱਥੋਂ ਜਿਹੜਾ ਆ ਰਾਸ਼ਨ ਇੱਥੇ ਫੂਡ ਬੈਂਕ ਤੱਕ ਆਉਣ ਦੀ ਲੋੜ ਨਹੀਂ ਪੈਣੀ। ਫਿਰ ਅਸੀਂ ਜਿੱਦਾਂ ਹੋਰਾਂ ਸ਼ਹਿਰਾਂ ਤੱਕ ਛੇਤੀ ਵੱਧ ਸਕਦੇ ਹਾਂ। ਇਹ ਸਾਡਾ ਸਭ ਤੋਂ ਵੱਡਾ ਪ੍ਰੋਜੈਕਟ ਹੈ ਜੀ ਫੂਡ ਬੈਂਕ ਦਾ। ਇਹਦੇ ਲਈ ਬਿਲਕੁਲ ਸਾਨੂੰ ਥੋੜ੍ਹਾ ਫਾਈਨੈਂਸ਼ੀਅਲੀ ਸੋਲਿਡ ਹੋਣਾ ਪੈਣਾ, IT ਪੱਖੋਂ ਥੋੜ੍ਹਾ ਸੋਲਿਡ ਹੋਣਾ ਪੈਣਾ। ਉਹਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ ਤੇ ਮੈਨੂੰ ਲੱਗਦਾ ਜੀ ਸਾਰਾ ਕੁਝ ਠੀਕ ਰਿਹਾ ਤੇ ਅਗਲੇ 2 ਮਹੀਨਿਆਂ ਦੇ ਵਿੱਚ ਇਹ ਸੜਕਾਂ 'ਤੇ ਤੁਸੀਂ ਤੁਰਦਾ ਫਿਰਦਾ ਫੂਡ ਬੈਂਕ ਵੀ ਦੇਖੋਗੇ। ਸਵਾਲ ਤੇ ਇਹ ਵੀ ਜੋ ਮੈਨੂੰ ਇਨਫੋਰਮੇਸ਼ਨ ਮਿਲੀ 15000 ਦੇ ਕਰੀਬ ਤੁਸੀਂ ਮੰਥਲੀ ਜਿਹੜਾ ਆ ਇਹ ਸੇਵਾ ਕਰ ਰਹੇ ਜੇ ਬੰਦਿਆਂ ਦੀ ਜੀ। ਤੇ ਜਦੋਂ ਤੁਸੀਂ ਕਹਿੰਦੇ ਵੀ ਮੋਬਾਈਲ
ਫੂਡ ਬੈਂਕ ਬਣਾ ਦਈਏ ਜਾਂ ਹਰੇਕ ਸ਼ਹਿਰ 'ਚ ਫੂਡ ਬੈਂਕ ਖੋਲ੍ਹੀਏ, ਜੀ। ਉਹਦੇ ਲਈ ਤੇ ਸਰਮਾਇਆ, ਪੈਸਾ, ਵਿੱਤੀ ਤੌਰ ਤੇ ਬਹੁਤ ਕੁਝ ਚਾਹੀਦਾ। ਦੇਖੋ ਬਿਲਕੁਲ ਫਾਈਨੈਂਸ਼ਲੀ ਤਾਂ ਬਹੁਤ ਸੋਲਿਡ ਹੋਣਾ ਪੈਣਾ ਆ, ਕਿਉਂਕਿ ਲੋੜ ਜਿਹੜੀ ਹੈ ਜੀ ਜਿੱਦਾਂ ਜਿੱਦਾਂ ਕਮਿਊਨਿਟੀ ਕਿਸ ਸਪੀਡ ਨਾਲ ਵੱਧ ਰਹੀ ਆ ਤੇ ਕਿਸ ਸਪੀਡ ਦੇ ਨਾਲ ਜਿਹੜੀ ਆ ਰਿਕਵਰੀ ਕੋਵਿਡ ਦੀ ਹੋ ਰਹੀ ਆ, ਹੁਣ ਇਕਨੋਮੀ ਦੀ ਹੋ ਰਹੀ ਆ, ਤੇ ਉਹ ਜਿਹੜੀ ਲੋੜ ਆ ਉਹ ਫੂਡ ਬੈਂਕਾਂ ਤੇ ਉਹਦਾ ਲੋੜ ਆ ਰਿਹਾ ਆ। ਜਿੱਥੇ ਅਸੀਂ ਉਹਦੇ ਲਈ ਤਿਆਰ ਹੋ ਰਹੇ ਹਾਂ, ਦੂਜੇ ਪਾਸੇ ਅਸੀਂ ਇਹ ਵੀ ਨਹੀਂ ਚਾਹੁੰਦੇ ਵੀ ਉਹ 15,000 ਨੰਬਰ ਸਾਡਾ 25,000 ਨੂੰ, ਕੱਲ੍ਹ ਨੂੰ 30,000 ਨੂੰ ਟੱਚ ਹੋ ਜੇ। ਸਾਡਾ ਟੀਚਾ ਇਹ ਆ ਵੀ ਅਸੀਂ ਇਹਨੂੰ ਜ਼ੀਰੋ ਕਿੱਦਾਂ ਕਰੀਏ। ਅਸਲੀ ਪ੍ਰਾਪਤੀ ਉਦਣ ਹੋਏਗੀ ਜਿੱਦਣ ਅਸੀਂ ਇਹ ਪ੍ਰਾਊਡਲੀ ਕਵਾਂਗੇ ਵੀ ਸਾਡੇ ਸਾਰੇ ਸਾਥੀ ਸੁਖੀ ਆ, ਸਾਨੂੰ ਕਿਸੇ ਨੂੰ ਫੂਡ ਬੈਂਕ ਦੀ ਲੋੜ ਨਹੀਂ ਆ। ਪਰ ਕੁਝ ਜਿਹੜੇ ਨੇ ਪਰਮਾਨੈਂਟ ਡਿਸੇਬਲ ਨੇ, ਬਜ਼ੁਰਗ ਨੇ, ਕੁਝ ਜਿਹੜੇ ਆ ਪੈਨਸ਼ਨਸ ਤੇ ਨੇ, ਉਹਨਾਂ ਨੂੰ ਤਾਂ ਪਰਮਾਨੈਂਟ ਚਾਹੀਦੀ ਆ। ਜਿਨ੍ਹਾਂ ਨੂੰ ਜੌਬ ਨਹੀਂ ਆ, ਜਿਹੜੇ ਬੱਚੇ ਨਵੇਂ ਆਏ, ਉਹਨਾਂ ਨੂੰ ਟੈਂਪਰੇਰੀ ਤੌਰ ਤੇ ਫੂਡ ਬੈਂਕ ਦੀ ਹੈਲਪ ਚਾਹੀਦੀ ਆ। ਮੋਸਟਲੀ ਅਸੀਂ ਦੇਖਿਆ ਆ ਜੌਬ ਲੋਸ ਬਹੁਤ ਹੁੰਦੀ ਹੈ ਜੀ। ਜੌਬ ਤੋਂ ਜਵਾਬ ਮਿਲ ਗਿਆ, ਕੰਮ ਦੀ ਲੋੜ, ਕੰਮ ਹੈ ਨਹੀਂਗਾ, ਘਰ ਦੇ ਖਰਚੇ ਤਾਂ ਉਨੇ ਹੀ ਆ, ਫਿਰ ਉਹ ਫੂਡ ਬੈਂਕ ਵੱਲ ਨੂੰ ਰਾਹ ਕਰਦੇ ਆ ਖਾਣੇ ਦੇ ਲਈ। ਅਸੀਂ ਇੱਕ ਜੌਬ ਪੋਰਟਲ ਤਿਆਰ ਕੀਤਾ ਆ। ਕਮਾਲ, ਇਹ ਬਹੁਤ ਵੱਡਾ ਪ੍ਰੋਜੈਕਟ ਹੈ। ਹਾਂਜੀ, ਸੇਵਾ ਵਾਲੀ ਗੱਲ ਹੋਊ। ਅਸੀਂ ਉਹ ਤਕਰੀਬਨ 7 ਮਹੀਨਿਆਂ ਤੋਂ ਕਰ ਰਹੇ ਹਾਂ। ਉਹ ਜੌਬ ਪੋਰਟਲ ਦੇ ਵਿੱਚ ਕੀ ਹੋਏਗਾ ਵੀ ਜਿੰਨੇ EMPLOYERS ਲੋਕਲ ਨੇ, ਜਿਹੜੇ ਪਾਸੇ ਜ਼ਿਆਦਾ ਕਮਿਊਨਿਟੀ ਸਾਡੇ ਕੋਲੇ ਪਹੁੰਚ ਕਰ ਰਹੀ ਹੈ, ਸਾਡੇ ਕੋਲ ਡਾਟਾ ਆ, ਅਸੀਂ ਉਹ EMPLOYERS ਤੱਕ ਪਹੁੰਚ ਕਰਕੇ ਉਹਨਾਂ ਦੀ ਐਡਵਰਟਾਈਜ਼ਮੈਂਟ ਪਾਵਾਂਗੇ। ਜੇ ਕੋਈ ਸੱਜਣ ਆਇਆ ਆ ਵੀ ਉਹ ਕੁੱਕ ਆ, ਹੁਣ ਕੁੱਕ ਦੀ ਉਹਦੇ ਕੋਲ ਜੌਬ ਨਹੀਂ ਹੈ, ਪਰ ਸਾਨੂੰ ਪਤਾ 5 EMPLOYER ਕੁੱਕ ਲੱਭਦੇ ਆ, ਅਸੀਂ ਉਹ ਈਮੇਲਸ ਉਹਨਾਂ ਨੂੰ ਭੇਜ ਦੇਣੀ, ਉਹਨਾਂ ਦੇ ਬਾਇਓਡਾਟਾਸ ਕਨੈਕਟ ਕਰਾ ਦੇਣਾ ਆ। ਉਹਨਾਂ ਨੂੰ EMPLOYE ਮਿਲ ਗਿਆ, ਸਾਡੇ ਕੋਲੋਂ ਜਿਹੜੀ ਫਾਈਲ ਆ ਉਹ ਰਿਡਿਊਸ ਹੋ ਗਈ। ਇਸ ਤਰੀਕੇ ਨਾਲ ਅਸੀਂ ਉਹਨੂੰ ਹੁਣ ਜ਼ੀਰੋ ਕਰਨ ਵਾਲੇ ਪਾਸੇ ਵੀ ਕੰਮ ਕਰ ਰਹੇ ਹਾਂ। ਇਕੱਲਾ ਪ੍ਰਾਊਡਲੀ ਇਹ ਕਹਿ ਦੇਣਾ ਵੀ ਸਾਡੇ ਕੋਲੇ 10 ਤੋਂ 15,000 ਫਾਈਲ ਹੋ ਗਈ, ਇਹ ਕਿਸੇ ਵੀ ਕਮਿਊਨਿਟੀ ਲਈ ਕੋਈ ਬਹੁਤ ਵੱਡੀ ਮਾਣ ਵਾਲੀ ਗੱਲ ਨਹੀਂ ਹੁੰਦੀ। ਪਹਿਲੀ ਗੱਲ ਤਾਂ ਰੱਬ ਉਹ ਦਿਨ ਛੇਤੀ ਲਿਆਵੇ ਜਦੋਂ ਫੂਡ ਬੈਂਕਾਂ ਦੀ ਲੋੜ ਨਾ ਪਵੇ। ਪਰ ਹੁਣ ਅਸੀਂ ਇਸ ਪਾਸੇ ਨੂੰ ਵੀ ਜਿਹੜਾ ਆ, ਦੇਖੋ ਗੱਲ ਹੋਈ ਹੈ ਨਾ ਵੀ ਤੁਸੀਂ ਘਰੇ ਰੈਨੋਵੇਸ਼ਨ ਕਰਨ ਲੱਗੋ, ਤੁਹਾਨੂੰ ਪਤਾ ਨਹੀਂ ਇੱਕ ਤੋਂ ਬਾਅਦ ਤੁਸੀਂ ਕੀ ਕੁਝ ਪੱਟ ਬੈਠਦੇ ਹੋ। ਜਿਹੜਾ ਇਹ ਕਾਫਿਲਾ ਗਿਆਨੀ ਜੀ ਨੇ ਆਰੰਭਿਆ ਸੀ, ਉਹ ਮੈਨੂੰ ਇੱਕ ਦਿਨ ਕਹਿੰਦੇ ਮੈਂ ਕਦੀ ਨਹੀਂ ਸੀ ਸੋਚਿਆ ਵੀ ਫੂਡ ਬੈਂਕ ਐਦਾਂ ਦੀ ਹੋਂਦ ਲੈ ਜਾਏਗਾ, ਐਦਾਂ ਦਾ ਰੂਪ ਲੈ ਜਾਏਗਾ। ਪਰ ਜਿਹੜੇ ਪਾਸੇ ਨੂੰ ਇਹ ਜਾ ਰਿਹਾ ਆ ਬਹੁਤ ਵਧੀਆ ਆ, ਬੜਾ ਵੈਲ ਆਰਗੇਨਾਈਜ਼ਡ ਆ। ਕਿਸੇ ਨੂੰ ਕੋਈ ਐਕਸਪੀਰੀਅੰਸ ਨਹੀਂ ਸੀ ਜੀ ਇਸ ਕੰਮ ਦਾ, ਵੱਡੀ ਗੱਲ ਇਹ ਆ। ਪਰ ਜਿੱਦਾਂ ਮਹਾਰਾਜ ਦਾ ਨਾਮ ਉੱਤੇ ਲਿਖ ਦਿੱਤਾ ਤੇ ਇਹ ਬਸ ਪਾਰ ਹੀ ਪਾ ਰਿਹਾ। ਇਹਦੇ 'ਚ ਕੋਈ ਵੀ ਗੱਲ ਜਿਹੜੀ ਆ ਦੂਜੀ ਹੋ ਨਹੀਂ ਸਕਦੀ। ਪਾਰ ਹੀ ਪਾ ਰਿਹਾ। ਸੋ ਤੁਸੀਂ ਖੁਸ਼ਖਬਰੀ ਮੈਂ ਤਾਂ ਕਹੂੰਗਾ ਸੁਣੀ ਹੋਊਗੀ, ਨੀਰਜ ਵਾਲੀਆ ਹੁਣਾਂ ਨੇ ਕਿਹਾ ਵੀ ਸਾਡਾ ਕੋਈ ਮਕਸਦ ਇਹ ਨਹੀਂ ਵੀ 15,000 ਤੋਂ ਅਸੀਂ ਫਿਗਰ 25,000 ਕਰੀਏ। ਸਾਡਾ ਮਕਸਦ ਹੈ ਜ਼ੀਰੋ ਫਿਗਰ ਆਵੇ। ਉਹ ਕਿਵੇਂ ਆਵੇ? ਹੁਣ ਗੁਰੂ ਨਾਨਕ ਫੂਡ ਬੈਂਕ ਜਿਹੜਾ ਆ, ਇਹ ਜੌਬ ਲਈ ਵੀ ਇੱਕ ਬੈਂਕ ਖੋਲ੍ਹ ਰਿਹਾ।